ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਜੀ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਪ੍ਰੋਗਰਾਮ ਐਡਮਿੰਟਨ ਡਾਈ ਦੇ ਵਿੱਚ ਆਪ ਜੀ ਦਾ ਸਵਾਗਤ ਹੈ। ਦੋਸਤੋ, ਪਿਛਲੇ ਕੁਝ ਦਿਨਾਂ ਤੋਂ ਅਲਬਰਟਾ ਦੀ ਰਾਜਨੀਤੀ ਵਿੱਚ ਕਾਫੀ ਉਥਲ-ਪੁਥਲ ਹੋ ਰਹੀ ਹੈ। ਯੂਸੀਪੀ ਦੇ ਐਮਐਲਏਜ਼ ਵੱਲੋਂ ਕਦੇ ਕੋਈ ਬੇਤੁਕਾ ਬਿਆਨ ਦੇ ਦਿੱਤਾ ਜਾਂਦਾ ਹੈ ਅਤੇ ਕਾਕਸ ਦੇ ਮੈਂਬਰ ਰਿਜ਼ਾਈਨ ਕਰ ਜਾਂਦੇ ਨੇ। ਇਹ ਸਾਰੇ ਘਟਨਾਕ੍ਰਮ ਕੀ ਹਨ, ਇਸ ਬਾਰੇ ਖੁੱਲ੍ਹ ਕੇ ਗੱਲਬਾਤ ਕਰਨ ਦੇ ਲਈ ਅੱਜ ਅਸੀਂ ਬੁਲਾਇਆ ਹੈ ਐਨਡੀਪੀ ਪਾਰਟੀ ਦੇ ਐਮਐਲਏ ਸਰਦਾਰ ਜਸਵੀਰ ਸਿੰਘ ਦਿਓਲ, ਜਿਹੜੇ ਕਿ ਐਡਮਿੰਟਨ ਮੈਡੋਸ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ ਜੀ। ਆਓ ਇਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਦਿਓਲ ਸਾਹਿਬ ਜੀ, ਆਇਆਂ ਨੂੰ, ਸਵਾਗਤ ਹੈ ਜੀ ਆਪ ਜੀ ਦਾ। ਧੰਨਵਾਦ ਮਨਜੀਤ ਸਿੰਘ ਜੀ, ਤੇ ਪੰਜਾਬੀ ਨੈਸ਼ਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਦਿਓਲ ਸਾਹਿਬ, ਜਿਹੜਾ ਪਿਛਲਾ ਹਫਤਾ ਸੀਗਾ ਇਹ ਇੰਟਰਨੈਸ਼ਨਲ ਨਰਸਿਸ ਵੀਕ ਰਿਹਾ ਹੈ। 12 ਮਈ ਨੂੰ ਇੰਟਰਨੈਸ਼ਨਲ ਨਰਸਿਸ ਡੇ ਵੀ ਸੀਗਾ, ਔਰ ਨੋ ਡਾਊਟ ਕੋਵਿਡ ਦੇ ਸਮੇਂ ਦੇ ਦੌਰਾਨ ਡਾਕਟਰਸ ਵੱਲੋਂ, ਨਰਸਿਸ ਵੱਲੋਂ ਮਾਨਵਤਾ ਦੀ ਸੇਵਾ ਦੇ ਲਈ ਇੰਨੇ ਟਫ ਹਾਲਾਤਾਂ ਦੇ ਵਿੱਚ ਜੋ ਸੇਵਾ ਕੀਤੀ ਗਈ ਆ, ਉਹਦੇ ਲਈ ਉਹਨਾਂ ਨੂੰ ਸਲਾਮ ਕਰਨਾ ਵੀ ਬਣਦਾ ਵਾ, ਮਾਣ ਵੀ ਮਹਿਸੂਸ ਹੁੰਦਾ ਵਾ। ਕੀ ਕਹਿਣਾ ਚਾਹੋਗੇ ਜੀ? ਦੇਖੋ ਜੀ, ਜਿਹੜਾ ਨਰਸਿਸ ਹੈਗੀਆਂ ਜਾਂ ਹੈਲਥ ਕੇਅਰ ਵਰਕਰਸ ਨੇ, ਉਹਨਾਂ ਦਾ ਜਿਹੜਾ ਕੰਮ ਹੁੰਦਾ ਉਹ ਆਲਵੇਜ਼ ਜ਼ਿੰਦਗੀ ਦੇ ਵਿੱਚ ਜਿਹੜਾ ਰਿਗਾਰਡ ਉਹਦਾ ਹੁੰਦਾ ਹੈ ਜਾਂ ਸ਼ਲਾਘਾਯੋਗ ਹੁੰਦਾ ਹੈ। ਉਹਨਾਂ ਦੀ ਬਹੁਤ ਵੱਡੀ ਸੇਵਾ ਸੁਸਾਇਟੀ ਨੂੰ। ਪਰ ਇਹਨਾਂ ਖਾਸ ਹਾਲਤਾਂ ਦੇ ਵਿੱਚ ਜਿਸ ਵੇਲੇ ਇੱਕ ਇੱਦਾਂ ਦੀ ਬਿਮਾਰੀ ਦਾ ਟਾਕਰਾ ਕਰ ਲਿਆ ਜਿਹੜਾ ਸਮਾਜ ਤੇ ਸੰਸਾਰ, ਕਿ ਇਹਦੇ ਵਿੱਚ ਇਲਾਜ ਕਰਨ ਵਾਲਾ ਆਪ ਵੀ ਫਸ ਜਾਂਦਾ, ਤਾਂ ਉਸ ਵੇਲੇ ਉਹਨਾਂ ਔਖੇ ਹਾਲਾਤਾਂ ਦੇ ਵਿੱਚ ਓਵਰ ਟਾਈਮ ਕਰ ਕਰਕੇ, ਜਿਸ ਤਰ੍ਹਾਂ ਅਲਬਰਟਾ ਦੀ ਹਾਲਤ ਹੈ, ਆਪਾਂ ਨੂੰ ਇਹ ਬਹੁਤ ਨੇੜਿਓਂ ਪਤਾ, ਇਹਨਾਂ ਹਾਲਾਤਾਂ ਦੇ ਵਿੱਚ ਵੀ ਉਹ ਜਿਸ ਤਰ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ, ਉਹਨਾਂ ਨੂੰ ਸਾਂਭਣ ਤੇ ਉਹਨਾਂ ਨੂੰ ਬਚਾਉਣ ਤੇ ਲੱਗੇ ਹੋਏ ਨੇ। ਤੇ ਮੈਂ ਆਪਣੇ ਵੱਲੋਂ ਵੀ ਤੇ ਆਪਣੇ ਕਾਕਸ ਵੱਲੋਂ ਵੀ ਉਹਨਾਂ ਨੂੰ ਸ਼ਾਊਟ ਆਊਟ ਜਿਹੜਾ ਉਹ ਦਿੰਦਾ, ਉਹਨਾਂ ਦਾ ਧੰਨਵਾਦ ਕਰਦਾ ਤੇ ਉਹਨਾਂ ਦਾ ਰਿਗਾਰਡ ਕਰਦਾ। ਦਿਓਲ ਸਾਹਿਬ, ਤੁਸੀਂ ਕਾਕਸ ਦੀ ਗੱਲ ਛੇੜ ਲਈ ਆ। ਯੂਸੀਪੀ ਕਾਕਸ ਦੇ ਵਿੱਚ ਜੀ ਕਾਫੀ ਘਮਾਸਾਨ ਮਚ ਗਿਆ ਵਾ। ਉਹਨਾਂ ਦੀ ਚੇਅਰ ਪਰਸਨ ਸੀਗੇ ਮਿਸਟਰ ਟੌਡ ਲੋਵਨ, ਐਮਐਲਏ ਵੀ ਨੇ ਯੂਸੀਪੀ ਦੇ। ਉਹਨਾਂ ਵੱਲੋਂ ਇੱਕ ਲੈਟਰ ਲਿਖੀ ਗਈ ਆ ਜੀ ਪ੍ਰੀਮੀਅਰ ਜੇਸਨ ਕੇਨੀ ਨੂੰ, ਤੇ ਨਾਲ ਦੇ ਨਾਲ ਉਹਨਾਂ ਨੇ ਸਾਰੇ ਯੂਸੀਪੀ ਦੇ ਜਿੰਨੇ ਵੀ ਐਮਐਲਏ ਸੀ ਉਹਨਾਂ ਨੂੰ ਨੱਥੀ ਵੀ ਕਰ ਦਿੱਤੀ ਆ, ਜਿਹਦੇ ਵਿੱਚ ਉਹਨਾਂ ਨੇ ਆਪ ਤੇ ਰਿਜ਼ਾਈਨ ਕੀਤਾ ਹੀ ਆ ਕਾਕਸ ਦੀ ਚੇਅਰ ਤੋਂ। ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਹੁਣ ਕੇਨੀ ਸਾਹਿਬ ਦੀ ਜਿਹੜੀ ਲੀਡਰਸ਼ਿਪ ਆ ਉਹਦੇ ਵਿੱਚ ਕੌਨਫੀਡੈਂਸ ਨਹੀਂ ਰਿਹਾ, ਔਰ ਤੁਹਾਨੂੰ ਫਟਾਫਟ ਜਿਹੜਾ ਹੈ ਉਹ ਰਿਜ਼ਾਈਨ ਕਰ ਦੇਣਾ ਚਾਹੀਦਾ ਵਾ। ਉਹਨਾਂ ਨੇ ਇਹ ਵੀ ਇਲਜ਼ਾਮ ਲਗਾਏ ਕਿ ਜਿਹੜੇ ਅਲਬਰਟਨ ਨੇ ਉਹ ਫੀਲ ਕਰਦੇ ਨੇ ਕਿ ਜਿਹੜੀ ਗਵਰਨਮੈਂਟ ਆ ਉਹ ਆਊਟ ਆਫ ਟੱਚ ਆ, ਐਰੋਗੈਂਟ ਆ, ਤੇ ਉਹਨਾਂ ਦੇ ਜਿਹੜੇ ਮੈਸੇजेस ਨੇ, ਕਮਿਊਨੀਕੇਸ਼ਨ ਆ ਲੋਕਾਂ ਦੇ ਨਾਲ, ਉਹ ਕਨਫਿਊਜ਼ਿੰਗ ਵੀ ਆ, ਕੰਟਰਾਡਿਕਟਰੀ ਵੀ ਆ, ਔਰ ਨੀਡਲੈਸਲੀ ਇਨਫਲੇਮੇਟਰੀ ਵੀ ਆ। ਕੀ ਕਹਿਣਾ ਚਾਹੋਗੇ? ਇੱਦਾਂ ਜੀ ਭਈ ਬਹੁਤ ਕੁਛ ਤਾਂ ਤੁਸੀਂ ਉਹਦੇ ਲੈਟਰ ਦੇ ਵਿੱਚ ਪੜ੍ਹ ਦਿੱਤਾ। ਜਿਹੜਾ ਯੂਸੀਪੀ ਦੀ ਅੰਦਰੂਨੀ ਹਾਲਤ ਹੈ ਉਹਦੇ ਬਾਰੇ ਜਿਹੜੇ ਰਾਜਨੀਤੀ ਦੀ ਥੋੜ੍ਹੀ ਬਹੁਤੀ ਵੀ ਸਮਝ ਰੱਖਦੇ ਜਾਂ ਰਾਜਨੀਤੀ ਦੇ ਨਾਲ ਲਗਾ ਰੱਖਦੇ ਆ, ਉਹ ਬਹੁਤ ਚੰਗੀ ਤਰ੍ਹਾਂ ਜਾਣੂ ਹੈ। ਤੇ ਉਹਨਾਂ ਦਾ ਜਿਹੜਾ ਅੰਦਰੂਨੀ ਝਗੜਾ ਜਾਂ ਅੰਦਰੂਨੀ ਕਲੇਸ਼ ਹੈ ਉਹ ਕੋਈ ਨਵਾਂ ਨਹੀਂ ਹੈ। ਉਹਦੀ ਅਸਲ 'ਚ ਫਾਊਂਡੇਸ਼ਨ ਹੀ ਉਹਦੇ ਤੇ ਬਿਲਟ ਹੈਗੀ ਆ। ਉਹਦੇ ਤੇ ਬਹੁਤੀ ਡਿਬੇਟ ਕਰਨ ਦੀ ਲੋੜ ਨਹੀਂ, ਲੋਕਾਂ ਨੂੰ ਵੀ ਪਤਾ। ਪਰ ਜੋ ਕੁਛ ਇਸ ਵੇਲੇ ਸਾਹਮਣੇ ਆਇਆ, ਕੱਲ ਰਾਤ ਨੂੰ ਅੱਧੀ ਰਾਤ ਵੇਲੇ ਜਿਹੜਾ ਲੈਟਰ ਲਿਖਿਆ ਉਹਨਾਂ ਨੇ, ਤੇ ਮੈਂ ਕੁਦਰਤੀ ਉਸ ਵੇਲੇ ਆਪਣਾ ਕੰਮ ਕਰ ਰਿਹਾ ਸਾਂ, ਜਾਗਦਾ ਹੀ ਸਾਂ ਜਦੋਂ ਖਬਰ ਆਈ ਆ। 1:00 ਹੋਏ ਸੀ। ਤੇ ਸਵਾਲ ਇਹ ਆ ਵੀ ਮੈਂ ਅੱਜ ਸਵੇਰੇ ਪਹਿਲਾਂ ਵੀ ਮੈਨੂੰ ਕਿਸੇ ਨੇ ਸਵਾਲ ਪੁੱਟ ਕੀਤਾ ਹੈ ਰੇਡੀਓ ਸਟੇਸ਼ਨ ਤੇ, ਵੀ ਕਿਹੜੇ ਹਾਲਤਾਂ ਦੇ ਵਿੱਚ ਦੀ ਆਪਾਂ ਲੰਘ ਰਹੇ ਹਾਂ ਤੇ ਕੀ ਇੱਥੇ ਵਾਪਰ ਰਿਹਾ ਤੇ ਸਰਕਾਰ ਦੀਆਂ ਕੀ ਜ਼ਿੰਮੇਵਾਰੀਆਂ ਬਣਦੀਆਂ ਜੀ। ਮੈਂ ਉਹਨੂੰ ਏਦਾਂ ਹੀ ਕਿਹਾ ਸੀ, ਪੰਜਾਬੀ ਦੇ ਵਿੱਚ ਆਪਾਂ ਕਹਾਵਤ ਹੈ ਕਿ ਵੇਲੇ ਦਾ ਰਾਗ ਤੇ ਕਵੇਲੇ ਦੇ ਮੈਂ ਭੁੱਲ ਗਿਆ ਉਹਨੂੰ ਕੀ ਕਹਿੰਦੇ ਹੁੰਦੇ ਆ, ਵੇਲੇ ਦੀ ਨਮਾਜ਼, ਕਵੇਲੇ ਦੀਆਂ ਟੱਕਰਾਂ ਵੀ ਕਹਿ ਸਕਦੇ ਹਾਂ ਬਸ ਉਹੀ ਕਹਿਣ ਲੱਗਾ ਸੀ, ਵੇਲੇ ਦਾ ਰਾਗ ਕਵੇਲੇ ਦੀਆਂ ਟੱਕਰਾਂ। ਤੇ ਸਵਾਲ ਇਹ ਆ ਵੀ ਜਿਸ ਵੇਲੇ ਸਾਡੇ ਪਰ ਕੈਪੀਟਾ ਕੇਸਿਸ ਜਿਹੜੇ ਆ ਉਹ ਨਾਰਥ ਅਮਰੀਕਾ 'ਚ ਉੱਪਰ ਨੇ ਜੀ, ਜਾਂ ਉਹ ਦੁਨੀਆ ਦੇ ਵਿੱਚ ਇੱਕ ਦਿਨ ਇਦਾਂ ਦਾ ਵੀ ਆਇਆ ਕਿ ਦੁਨੀਆ 'ਚ ਅਸੀਂ ਦੂਜੇ ਨੰਬਰ ਤੇ ਸੀਗੇ ਪਰ ਕੈਪੀਟਾ ਦੇ ਵਿੱਚ, ਔਰ ਕੱਲ 9 ਨਵੀਆਂ ਡੈਥਸ ਰਿਪੋਰਟ ਹੋਈਆਂ। ਉਹਦੇ ਬਾਵਜੂਦ ਜਿਹੜੇ ਇੰਟੈਂਸਿਵ ਕੇਅਰ ਦੇ ਵਿੱਚ ਪੇਸ਼ੈਂਟਸ ਦੀ ਗਿਣਤੀ ਹੋਰ ਵੱਧ ਗਈ, ਹਸਪੀਟਲਸ ਦੇ ਵਿੱਚ ਪੇਸ਼ੈਂਟਸ ਦੀ ਗਿਣਤੀ ਹੋਰ ਵੱਧ ਗਈ।
ਤੇ ਉਸ ਵੇਲੇ ਸਰਕਾਰ ਜਿਹੜੀ ਇੱਕ ਤਾਂ ਉਹ ਸਾਰਾ ਕੁਝ ਬੰਦ ਕਰਕੇ ਘਰ ਬੈਠ ਗਈ। ਜਦੋਂ ਇਹ ਨਵੀਂ ਇਨਫੋਰਮੇਸ਼ਨ ਆਈ ਸੀ, ਜਦੋਂ ਵਰਲਡ ਹੈਲਥ ਦੀਆਂ ਗਾਈਡਲਾਈਨਸ ਸੀਗੀਆਂ, ਜਦੋਂ ਫੈਡਰਲ ਸਰਕਾਰ ਸਟੈਪ ਲੈਣੇ ਸ਼ੁਰੂ ਕਰ ਰਹੀ ਸੀ, ਉਸ ਵੇਲੇ ਤਾਂ ਉਲਟੇ ਬਿਆਨ ਦੇਣ ਲੱਗ ਪਏ ਕੈਨੀ ਸਾਹਿਬ ਵੀ ਦੇਖੋ ਜੀ, ਜਦੋਂ ਬੰਬ ਡਿੱਗ ਰਿਹਾ ਸੀ ਆਪਣੇ ਇੰਗਲੈਂਡ ਦੇ ਉੱਤੇ, ਤੇ ਚਰਚਿਲ ਸਾਹਿਬ ਨੇ ਉਦੋਂ ਵੀ ਜਿਹੜੀ ਪਾਰਲੀਮੈਂਟ ਉਹ ਚੱਲਦੀ ਰੱਖੀ। ਪਰ ਹੁਣ ਜਦੋਂ ਲੋੜ ਸੀਗੀ, ਪਹਿਲਾਂ ਤਾਂ ਬੜਾ ਪ੍ਰੈਸ਼ਰ ਪਾ ਕੇ ਉੱਤੇ ਜਿਹੜੀ ਪੇਡ ਉਹ ਵੈਕਸੀਨੇਸ਼ਨ ਦੀ ਲੀਵ ਜਿਹੜੀ 3 ਘੰਟੇ ਦੀ ਸਾਰੀ ਉਹ ਪਾਸ ਕਰਾਈ। ਫਿਰ ਜਿਹੜਾ ਵੀ ਇਸ ਵੇਲੇ ਜਿਹੜੀ ਪੇਡ ਸਿਕ ਲੀਵ, ਜੇ ਕਿਸੇ ਨੂੰ ਕੁਆਰੰਟੀਨ ਕਰਨਾ ਪੈਂਦਾ ਤੇ ਜੇ ਕੋਈ ਬੰਦਾ ਕੰਮ ਦੇ ਉੱਤੋਂ ਉਹ ਬਿਮਾਰੀ ਲਵਾ ਬਹਿੰਦਾ, ਤੇ ਹੁਣ ਇਹ ਵੀ ਸੋਚੇ ਕਿ ਮੇਰੀ ਰੋਟੀ ਵੀ ਬੰਦ ਹੋ ਜਾਣੀ ਹੈ। ਤੇ ਮੇਰਾ ਮਤਲਬ, ਜਦੋਂ ਤੁਸੀਂ ਇਹਨਾਂ ਨੂੰ ਇਸ਼ੂਆਂ ਨੂੰ ਐਡਰੈਸ ਕਰਨਾ ਸੀਗਾ, ਇਹਦੇ ਤੇ ਹੋਰ ਵੀ ਥੱਲਿਓਂ ਬਹੁਤ ਜਿਹੜੀ ਫੀਡਬੈਕ ਆ ਰਹੀ ਆ ਡਿਫਰੈਂਟ ਸੈਕਟਰਸ ਦੇ ਵਿੱਚ ਕੰਮ ਕਰਦੇ ਲੋਕਾਂ ਵੱਲੋਂ, ਤੇ ਉਸ ਵੇਲੇ ਤੁਸੀਂ ਆ ਕੇ ਪਾਰਲੀਮੈਂਟ ਸ਼ਟ ਕਰ ਦਿੱਤੀ ਤੇ ਤੁਸੀਂ ਆਪਣਾ ਜਿਹੜਾ ਅੰਦਰੂਨੀ ਕਲੇਸ਼ ਪਾ ਕੇ ਬਹਿ ਗਏ ਆ। ਇਹ ਅਲਬਰਟਾ ਦੇ ਲੋਕਾਂ ਲਈ ਬਹੁਤ ਹੀ ਮੰਦਭਾਗਾ ਸਮਾਂ ਮੈਂ ਕਹਿ ਸਕਦਾ। ਦਿਓ ਸਾਹਿਬ, ਇਹ ਜਦੋਂ ਇਲਜ਼ਾਮ ਲਗਾਏ ਨੇ ਜੀ ਟੌਡ ਲੋਨਸ ਹੋਣਾ ਨੇ, ਉਹਨਾਂ ਨੇ ਇੱਕ ਦੋ ਗੱਲਾਂ ਹੋਰ ਵੀ ਕੀਤੀਆਂ ਨੇ ਕਿ ਜਦੋਂ ਤੁਹਾਡੀਆਂ ਡਾਕਟਰਸ ਦੇ ਨਾਲ ਨੈਗੋਸ਼ੀਏਸ਼ਨਸ ਹੋਈਆਂ ਨੇ ਉਹ ਵੀ ਫੇਲ ਰਹੀਆਂ ਨੇ। ਫੈਡਰਲ ਗਵਰਨਮੈਂਟ ਦੇ ਨਾਲ ਜਦੋਂ ਤੁਹਾਡੀ ਕੋਈ ਗੱਲਬਾਤ ਹੁੰਦੀ ਆ ਉਹ ਵੀ ਵੀਕ ਆ, ਇਨਇਫੈਕਟਿਵ ਆ, ਤੇ ਜਿਹੜੀਆਂ ਖਾਸ ਕਰਕੇ ਲੋਕਡਾਊਨ ਨੂੰ ਲੈ ਕੇ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਸੀ ਉਹਨਾਂ ਤੋਂ ਵੀ ਉਹ ਕਿਤੇ ਨਾ ਕਿਤੇ ਨਾਖੁਸ਼ ਨਜ਼ਰ ਆਏ ਨੇ। ਅਨਐਮਪਲੋਇਮੈਂਟ ਦੀ ਵੀ ਉਹਨਾਂ ਨੇ ਗੱਲ ਕੀਤੀ ਆ, ਸਮਾਲ ਬਿਜ਼ਨਸਿਸ ਦਾ ਜਿਹੜਾ ਨੁਕਸਾਨ ਹੋ ਰਿਹਾ ਵਾ ਉਹਦੀ ਵੀ ਗੱਲਬਾਤ ਕੀਤੀ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੇਸਨ ਕੇਨੀ ਦੀ ਸਰਕਾਰ ਨੂੰ ਮੈਨੂੰ ਲੱਗਦਾ ਕਟਹਿਰੇ ਵਿੱਚ ਖੜੇ ਕਰ ਰਹੀਆਂ ਨੇ। ਬਿਲਕੁਲ ਜੀ, ਇਹ ਗੱਲ ਇੱਕ ਵਾਰ ਨਹੀਂ, 2 ਵਾਰ ਨਹੀਂ, ਪੂਰੇ 14 ਮਹੀਨੇ ਹੋ ਗਏ ਸਾਨੂੰ ਇਸ ਦੌਰ ਚੋਂ ਲੰਘਦਿਆਂ ਆ। ਤੇ ਅਲਬਰਟਾ ਦੇ ਵਿੱਚ ਜਿਹੜਾ ਅਨਪਲੋਇਮੈਂਟ ਰੇਟ ਆ ਉਹ ਦੂਜੇ ਨੰਬਰ ਤੇ ਹਾਈ ਆ, ਯਾਨੀ ਕਿ ਇੱਕ ਸ਼ਾਇਦ ਨਿਊ ਫਾਊਂਡਲੈਂਡ ਜਾਂ ਨੋਵਾ ਸਕੋਸ਼ੀਆ ਨੂੰ ਕਿਤੇ ਛੱਡ ਲਈਏ ਤੇ ਹਾਈਐਸਟ ਅਨਪਲੋਇਮੈਂਟ ਰੇਟ ਇਨ ਕੈਨੇਡਾ ਸਾਡਾ ਹੈਗਾ ਆ। ਤੇ ਲੱਖਾਂ ਹੀ ਲੋਕ ਬੇਰੁਜ਼ਗਾਰ ਆ ਤੇ ਹਜ਼ਾਰਾਂ ਦੀ ਖਬਰ ਮਿਲ ਜਾਂਦੀ ਆ ਜਿਨ੍ਹਾਂ ਦੀਆਂ ਰੋਜ਼ ਜੌਬਾਂ ਜਿਹੜੀਆਂ ਖੁੱਸ ਜਾਂਦੀਆਂ। ਤੇ ਬਿਜ਼ਨਸ ਦੇ ਨਾਂ ਤੇ ਜਿਹੜਾ ਉਹਨਾਂ ਨੇ ਇੱਕ ਨੈਰੇਟਿਵ ਸਿਰਜਿਆ ਸੀ, ਪ੍ਰੋ ਬਿਜ਼ਨਸ, ਐਂਟੀ ਬਿਜ਼ਨਸ, ਪ੍ਰੋ ਬਿਜ਼ਨਸ, ਉਹ ਸਾਰਾ ਕੁਝ ਸਾਹਮਣੇ ਆ ਗਿਆ। ਇਸ ਦੌਰ ਦੇ ਵਿੱਚ ਜਦੋਂ ਮੈਂ ਤਾਂ ਚਲੋ ਬਹੁਤਾ ਉਸ ਗੱਲ ਨੂੰ ਪੋਲੀਟੀਸਾਈਜ਼ ਕਰਦਾ ਨਹੀਂ ਹੈ ਵੀ ਬਿਜ਼ਨਸਮੈਨ ਦੀ ਕਾਲ ਆਉਂਦੀ, ਡੇ ਕੇਅਰ ਵਾਲੇ ਦੀ ਕਾਲ ਆਉਂਦੀ ਆ ਵੀ ਮੈਂ ਇੱਕ ਇਕੱਲਾ ਡੇ ਕੇਅਰ ਆ ਜਿਹੜਾ ਸ਼ਹਿਰ 'ਚ ਬਚਿਆ ਹਾਂ ਜਿਹਦੇ 'ਚ ਆਊਟਬ੍ਰੇਕ ਨਹੀਂ ਹੋਈ, ਪਰ ਮੈਨੂੰ ਉਹਦੀ ਕਾਸਟ ਪੇ ਕਰਨੀ ਪੈ ਰਹੀ ਆ। ਮੇਰਾ $15,000 ਮੇਰੀ ਜੇਬ 'ਚ ਹੋ ਜਾਂਦਾ ਉਹਨੂੰ ਫੋਲੋ ਕਰਨ ਲਈ। ਜਿਹੜੀਆਂ ਹੈਲਥ ਰਿਸਟ੍ਰਿਕਸ਼ਨਸ ਆ, ਜਿਹੜੀਆਂ ਅਲਬਰਟਾ ਹੈਲਥ ਜਿਹੜਾ ਉਹਨਾਂ ਨੇ ਅਨਾਉਂਸ ਕੀਤੀਆਂ ਜਾਂ ਸਰਕਾਰ ਨੇ ਜਿਹੜੀਆਂ ਉਹ ਅਨਾਉਂਸ ਕੀਤੀਆਂ, ਤੇ ਮੈਨੂੰ $15,000 ਜੇਬ 'ਚ ਪਾਉਣਾ ਪੈ ਰਿਹਾ। ਤੇ ਜੇ ਜਿੱਥੇ ਉਹਨੂੰ ਕੰਪਰੋਮਾਈਜ਼ ਕਰਦੇ ਆ ਉੱਥੇ ਆਊਟਬ੍ਰੇਕ ਹੁੰਦੀ ਹੈ, ਉੱਥੇ ਲੋਕ ਕੰਪਰੋਮਾਈਜ਼ ਕਰਦੇ ਨੇ, ਉੱਥੇ ਉਹਨਾਂ ਦੀ ਜਿਹੜੀ ਹੈਲਥ ਆ ਉਹ ਸਫਰ ਕਰਦੇ ਨੇ। ਬਾਹਰ ਸਰਕਾਰ ਨੇ ਕਿਸੇ ਦੀ ਨਹੀਂ ਫੜੀ, ਚਾਹੇ ਟੈਕਸੀ ਵਾਲੇ ਹੋਣ, ਚਾਹੇ ਸਮਾਲ ਸਕੇਲ ਬਿਜ਼ਨਸ ਹੋਣ, ਚਾਹੇ ਰੈਂਟ ਜਿਹੜੀ ਸਬਸਿਡੀ ਦੀ ਗੱਲ ਸੀ ਪ੍ਰੋਵਿੰਸ ਨੇ ਉਹਦੇ ਵਿੱਚ ਆਪਣਾ ਕੋਈ ਬਣਦਾ ਯੋਗਦਾਨ ਨਹੀਂ ਪਾਇਆ, ਚਾਹੇ ਜਿਹੜੇ ਤੁਸੀਂ ਯੂਟਿਲਿਟੀ ਬਿਲਸ ਸੀਗੇ, ਚਾਹੇ ਜਿਹੜੀਆਂ ਤੁਸੀਂ ਕਹਿ ਲਓ ਵੀ ਸਰਕਾਰ ਦੇ ਰੈਂਟ ਇਨਕਰੀਜ਼ ਦੇ ਕੁਝ ਇਸ਼ੂ ਸੀ ਉਸ ਦੌਰਾਨ, ਨੰਬਰ ਆਫ ਥਿੰਗਸ। ਪ੍ਰੋਵਿੰਸ਼ੀਅਲ ਸਰਕਾਰ ਜਿਹੜੀ ਹੈ ਸਿੰਗਲ ਆਊਟ ਕਰਕੇ ਤੁਸੀਂ ਇਹਨੂੰ ਕੈਨੇਡਾ 'ਚੋਂ ਕਹਿ ਸਕਦੇ ਆ ਕਿ ਦੂਜੀਆਂ ਸੂਬਿਆਂ ਦੇ ਵਿੱਚ ਇਹਨਾਂ ਕੋਲ ਐਗਜ਼ਾਮਪਲਸ ਨੇ ਤੋਂ ਕਿਵੇਂ ਮੂਵ ਕਰ ਸਕਦੇ ਨੇ। ਅੰਟਰੀਓ ਆ, BC ਆ, ਸਾਡੇ ਗੁਆਂਢ 'ਚ ਸਸਕੈਚਵਨ ਹੈ, ਤੇ ਨਾਲ ਦੀ ਨਾਲ ਸਾਡੇ ਕੋਲ ਇੱਕ ਪੂਰੇ ਦਾ ਪੂਰਾ ਜਿਹੜਾ ਫੈਕਟ ਵੀ ਹੈ। ਦੇਖੋ, ਜੇ ਤੁਸੀਂ ਨਹੀਂ ਐਕਟ ਕਰੋਗੇ, ਬਿਜ਼ਨਸ ਤਾਂ ਫੇਲ ਹੋ ਹੀ ਰਹੇ ਨੇ, ਇਕਨੋਮੀ ਵੀ ਸਫਰ ਕਰ ਰਹੀ ਆ, ਔਰ ਲੋਕਾਂ ਦੀਆਂ ਜਾਨਾਂ ਵੀ ਜਾ ਰਹੀਆਂ, ਬਿਮਾਰ ਹੋ ਰਹੇ ਨੇ। ਇਹ ਡੈਫੀਨੇਟਲੀ ਸਰਕਾਰ ਇਹਨੂੰ ਐਡਰੈਸ ਕਰਨ ਦੇ ਵਿੱਚ ਫੇਲ ਹੋਈ ਹੈ। ਤੇ ਦਿਓ ਸਾਹਿਬ, ਉਹਨਾਂ ਦੇ ਨਾਲ ਕੱਲ ਆਈ ਹੈ ਖਬਰ ਇੱਕ ਹੋਰ ਕਿ ਜੇਸਨ ਕੇਨੀ ਸਾਹਿਬ ਨੇ ਕਹਿ ਲਓ ਜਾਂ UCP ਦੇ ਕੌਕਸ ਨੇ ਕਹਿ ਲਓ ਕਿ ਟੌਡ ਲੋਵਨ ਨੂੰ ਤੇ ਕੌਕਸ ਚੋਂ ਕੱਢਣਾ ਹੀ ਸੀਗਾ, ਉਹ ਤਾਂ ਰਿਜ਼ਾਈਨ ਕਰ ਹੀ ਚੁੱਕੇ ਸੀਗੇ। ਨਾਲ ਦੇ ਨਾਲ ਇੱਕ ਹੋਰ MLA ਨੇ ਜਿਨ੍ਹਾਂ ਨੇ ਉਹਨੂੰ ਸਪੋਰਟ ਕੀਤਾ ਸੀਗਾ, ਡਿਊ ਬਾਰਨਸ, ਉਹਨਾਂ ਨੂੰ ਵੀ ਕੌਕਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਵਾ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਵੀ ਅਲਬਰਟਾ ਦੀ ਰਾਜਨੀਤੀ ਦੇ ਵਿੱਚ ਕੁਝ ਨਵੀਆਂ ਇਕੁਏਸ਼ਨਸ, ਕੁਝ ਨਵੇਂ ਸਮੀਕਰਨ ਦੇਖਣ ਨੂੰ ਮਿਲ ਸਕਦੇ ਨੇ, ਜਾਂ ਇਲੈਕਸ਼ਨਸ ਕਾਲ ਹੋ ਸਕਦੀਆਂ ਨੇ ਜੀ ਇਸ ਟਫ ਟਾਈਮ ਦੇ ਵਿੱਚ? ਦੇਖੋ, ਇੱਕ ਤਾਂ ਗੱਲ ਸਾਫ਼ ਹੈ ਕਿ ਕੈਨੀ ਸਾਹਿਬ ਦੀ ਜਿਹੜੀ ਸਪਸ਼ਟਤਾ ਕੋਈ ਇਹ ਨਹੀਂ ਹੈ ਕਿ ਵੀ ਲੈਕ ਆਫ ਨੌਲੇਜ ਹੈ ਕਿਸੇ ਗੱਲ ਦੇ ਉੱਤੇ। ਇਹ ਉਹਨਾਂ ਦੀ ਇੱਕ ਅਪਰੋਚ ਹੈ ਪੋਲਿਟਿਕਸ ਨੂੰ, ਜਿਹੜੀ ਜ਼ਿੰਦਗੀ ਪ੍ਰਤੀ,
ਜਿੱਥੇ ਉਹ ਘੁਮਾ ਫਿਰਾ ਕੇ ਗੱਲ ਕਰਦੇ ਨੇ ਤੇ ਉਹਦਾ ਜਿਹੜਾ ਫੋਕਸ ਇਹ ਹੁੰਦਾ ਕਿ ਐਂਡ ਤੇ ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ 'ਚੋਂ ਭੱਜਣਾ ਹੁੰਦਾ ਬੇਸਿਕਲੀ। ਤੇ ਜੇ ਇਸ ਮੋੜ ਤੇ ਇਸ ਵੇਲੇ ਖੜੇ ਆ, ਬਹੁਤ ਕੁਛ ਡਿਸਕਸ ਕੀਤਾ ਜਾ ਸਕਦਾ ਕੱਲ ਨੂੰ ਕਿਹਦਾ ਕੀ ਹੋਣਾ। ਹਰ ਕੁਛ ਜਿਹੜਾ ਆ ਉਹ ਪ੍ਰੈਡਿਕਟੇਬਲ ਨਹੀਂ ਹੁੰਦਾ। ਤੁਸੀਂ ਕੋਈ ਉਹਦੀ ਭਵਿੱਖਬਾਣੀ ਨਹੀਂ ਕਰ ਸਕਦੇ। ਅੱਜ ਤੋਂ ਸਾਲ ਬਾਅਦ ਕੀ ਹੋਣਾ, 6 ਮਹੀਨੇ ਬਾਅਦ ਕੀ ਹੋਣਾ, ਬਹੁਤ ਕਿਆਸ ਲਾਈਆਂ ਜਾ ਸਕਦੀਆਂ। ਪਰ ਜਿਹੜਾ ਸਭ ਤੋਂ ਮਾੜਾ ਪੱਖ ਇਹ ਆ ਕਿ ਇਸ ਵੇਲੇ ਅਲਬਰਟਾ ਦੇ ਲੋਕ ਜਿਹੜੇ ਆ, ਉਹਨਾਂ ਨੂੰ ਸਰਕਾਰ ਦੀ ਅਗਵਾਈ ਦੀ ਲੋੜ ਹੈ। ਤੇ ਸਰਕਾਰ ਜਿਹੜੀ ਆ ਸਾਰਾ ਆਪਣਾ ਧਿਆਨ ਜਿਹੜਾ ਉਹਨੇ ਇਸ ਵੇਲੇ ਲਾ ਕੇ, ਜਦੋਂ ਕਿ ਤੁਸੀਂ ਫਿਊਲ ਕਰਦੇ ਰਹੇ ਸੈਂਟੀਮੈਂਟ, ਫੇਅਰ ਡੀਲ ਪੈਨਲ ਬਣਾ ਕੇ ਤੁਸੀਂ ਸਪੋਰਟ ਕਰਦੇ ਰਹੇ ਹੋ ਜਿਹੜੇ ਡਰੂ ਵਾਰਨਸ ਵਰਗੇ ਲੋਕਾਂ ਨੂੰ ਤੁਸੀਂ ਆਪਣੇ ਕਾਕਸ 'ਚ ਬਿਠਾਈ ਰੱਖੇ ਹੋ, ਤੇ ਇਸ ਵੇਲੇ ਲਿਆ ਕੇ ਤੁਸੀਂ ਉਹਨਾਂ ਨੂੰ ਜਿਹੜਾ ਬਖੇੜਾ ਖੜਾ ਕਰ ਦਿੱਤਾ, ਇਸ਼ੂ ਬਣਾ ਲਿਆ ਤੇ ਤੁਸੀਂ ਉਹਦੇ 'ਚ ਉਲਝ ਗਏ ਹੋ। ਪਰ ਜੀ ਲੋਕ ਤੁਹਾਡੇ ਤੋਂ ਆਸ ਕਰਦੇ ਨੇ ਕਿ ਤੁਸੀਂ ਇਸ ਵੇਲੇ ਉਹਨਾਂ ਨੂੰ ਇਹਦੇ ਵਿੱਚੋਂ ਬਚਾਉਣ ਲਈ ਜਿਹੜੀ ਆ, ਇਸ ਹਾਲਾਤਾਂ 'ਚੋਂ ਕਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ, ਫਿਰ ਜੌਬਾਂ ਕ੍ਰੀਏਟ ਕਰਨੀਆਂ। ਇਹ ਅਨਪ੍ਰੈਸੀਡੈਂਟਲੀ ਅਲਬਰਟਾ ਦਾ ਜਿਹੜਾ ਅਨਪਲੋਇਮੈਂਟ ਰੇਟ ਇੰਨਾ ਹਾਈ ਆ। ਫਿਰ ਇਕਨੋਮਿਕ ਰਿਕਵਰੀ ਦਾ ਸਵਾਲ ਹੈ, ਤੇ ਜਿਹੜੀ ਡਿਵਰਸੀਫਿਕੇਸ਼ਨ ਉਹਦੀਆਂ ਤਾਂ ਗੱਲਾਂ ਹੀ ਛੱਡੋ। ਤੇ ਨਵੇਂ ਬਿਜ਼ਨਸ ਜਿਹੜਾ ਪ੍ਰੋ ਬਿਜ਼ਨਸ ਤੇ ਆਪਣੀ ਇੱਕ ਡਿਬੇਟ ਇੱਥੇ ਪੂਰੀ ਦੀ ਪੂਰੀ ਡਿਬੇਟ ਬਣਦੀ ਆ। ਜਿਹੜੇ ਨਵੇਂ ਯੰਗਸਟਰ ਨੇ, ਨਵੇਂ ਲੋਕ ਨੇ, ਉਹ ਇਨਵੈਸਟ ਕਰਨਾ ਚਾਹੁੰਦੇ ਨੇ, ਬਿਜ਼ਨਸ ਓਪਨ ਕਰਨਾ ਚਾਹੁੰਦੇ ਨੇ, ਉਹ ਰੋਜ਼ ਤੁਹਾਡੇ ਮੂਹਰੇ ਐਡੀਆਂ ਐਡੀਆਂ ਐਪਲੀਕੇਸ਼ਨਾਂ, ਐਡੇ ਐਡੇ ਫਾਰਮ, ਐਡੇ ਐਡੇ ਡਾਕੂਮੈਂਟ ਲਿਆ ਕੇ ਰੱਖਦੇ ਨੇ ਵੀ ਮੇਰੀ ਮਾੜੀ ਕਿਸਮਤ ਮੈਂ ਅਲਬਰਟਾ 'ਚ ਬੈਠਾ, ਆਹੀ ਮੈਂ ਕਿਤੇ BC ਬੈਠਾ ਹੁੰਦਾ ਨਾ, ਆਹ ਮੈਨੂੰ ਜੌਬ ਆਫਰ ਹੁੰਦੀ ਸੀ, ਤੇ ਆਹੀ ਮੈਂ ਬਿਜ਼ਨਸ ਕਿਤੇ ਖੋਲ੍ਹਣਾ ਹੁੰਦਾ ਤੇ ਆਹ ਮੈਨੂੰ ਉੱਥੇ ਸਪੋਰਟ ਆਫਰ ਹੁੰਦੀ ਸੀ। ਆਹ ਇਹਦਾ ਫਰਕ ਹੈ। ਸਰਕਾਰ ਨੂੰ ਇਸ ਵੇਲੇ ਇਹਦੇ ਵੱਲ ਧਿਆਨ ਦੇਣਾ ਚਾਹੀਦਾ। ਜੀ ਦਿਓ ਸਾਹਿਬ, ਤੁਸੀਂ ਜ਼ਿਕਰ ਕੀਤਾ ਸੀਗਾ ਕਿ ਅਲਬਰਟਾ ਦੇ ਵਿੱਚ ਅਗਰ ਪਰ ਕੈਪੀਟਾ ਕੋਵਿਡ ਦੇ ਕੇਸਿਸ ਦੀ ਗੱਲ ਕੀਤੀ ਜਾਵੇ, ਨਾ ਸਿਰਫ ਕੈਨੇਡਾ ਦੇ ਸਾਰੇ ਸੂਬਿਆਂ ਦੇ ਵਿੱਚੋਂ ਬਲਕਿ ਅਮਰੀਕਾ ਦੇ ਸਾਰੇ ਸਟੇਟਸ ਦੇ ਵਿੱਚੋਂ ਵੀ ਇਸ ਵੇਲੇ ਵੱਧ ਆ। ਤੁਹਾਨੂੰ ਕੀ ਲੱਗਦਾ ਵੀ ਇੱਥੇ ਗਵਰਨਮੈਂਟ ਦੀਆਂ ਜਿਹੜੀਆਂ ਨੀਤੀਆਂ ਨੇ, ਪਾਲਿਸੀਜ਼ ਨੇ, ਕਿਤੇ ਨਾ ਕਿਤੇ ਉਹਨਾਂ ਦਾ ਫੇਲੀਅਰ ਆ, ਜਾਂ ਇਸ ਲਈ ਅਲਬਰਟਾ ਦੇ ਲੋਕ ਜ਼ਿੰਮੇਵਾਰ ਨੇ ਜੀ? ਦੇਖੋ, ਮੈਂ ਲੋਕਾਂ ਨੂੰ ਜ਼ਿੰਮੇਵਾਰ ਕਦੇ ਵੀ ਨਹੀਂ ਕਹਿੰਦਾ ਲਾਈਫ ਦੇ ਵਿੱਚ। ਉਹ ਸਿਆਸਤ ਦੇ ਵਿੱਚ ਉਸ ਵੇਲੇ ਵੀ ਰਹੇ ਆ ਜਿਸ ਵੇਲੇ ਪੂਰੇ ਮਾਰਜਨਲਾਈਜ਼ ਸੀਗੇ, ਜਿਸ ਵੇਲੇ ਕਦੇ ਆਸ ਨਹੀਂ ਹੁੰਦੀ ਸੀ ਕਿਤੇ ਇੱਕ ਮੈਂਬਰ ਹੀ ਜਿੱਤਦਾ ਸੀਗਾ, ਪਰ ਉਹ ਵੀ ਆਪਣੀ ਗੱਲ ਕਰਦਾ ਸੀ ਜਾ ਕੇ, ਔਰ ਉਹ ਆਪਣੀ ਕ੍ਰੈਡੀਬਿਲਿਟੀ ਉਹਦੀ ਹੁੰਦੀ ਸੀ। ਜਿਹੜਾ ਬੰਦਾ ਗੱਲ ਕਰਦਾ ਸੀ, ਇਕੱਲਾ ਖੜਾ ਵੀ ਦੀਦਾ ਸੀਗਾ। ਤੇ ਲੋਕਾਂ ਦਾ ਕਸੂਰ ਉਸ ਵੇਲੇ ਵੀ ਨਹੀਂ ਅਸੀਂ ਕੱਢਿਆ। ਸਰਕਾਰ ਨੇ ਅਗਵਾਈ ਦੇਣੀ ਹੁੰਦੀ ਆ, ਸਰਕਾਰ ਨੇ ਨੀਤੀਆਂ ਬਣਾਉਣੀਆਂ, ਸਰਕਾਰ ਦੀਆਂ ਨੀਤੀਆਂ ਨੇ ਕਲਚਰ ਪੈਦਾ ਕਰਨਾ, ਤੇ ਉਹ ਕਲਚਰ ਨੇ ਜਿਹੜਾ ਆ ਉਹ ਜਿਹੜਾ ਉੱਥੇ ਦਾ ਖਿੱਤਾ ਆ ਜਿੱਥੇ ਤੁਸੀਂ ਰਹਿੰਦੇ ਹੋ ਉਹਦੇ ਤੇ ਪ੍ਰਭਾਵ ਪਾਉਣੇ ਆ। ਤੇ ਇਹ ਤਾਂ ਤੁਸੀਂ ਕਹਿ ਨਹੀਂ ਸਕਦੇ ਕਿ ਇੱਕਦਮ ਅਲਬਰਟਾ ਦੇ ਲੋਕ ਮਾੜੇ ਹੋ ਗਏ, ਇੱਕਦਮ ਅਲਬਰਟਾ ਦੇ ਲੋਕ ਬਹੁਤ ਚੰਗੇ ਸੀ, ਇੱਕਦਮ ਤੁਸੀਂ 100 ਕਿਲੋਮੀਟਰ ਐਨੂੰ ਡਰਾਈਵ ਕਰ ਲਓ ਤਾਂ ਲੋਕ ਬਹੁਤ ਚੰਗੇ ਆ ਗਏ, ਅਗਲੇ 50 ਕਿਲੋਮੀਟਰ ਡਰਾਈਵ ਕਰੋ ਲੋਕ ਬਹੁਤ ਮਾੜੇ ਆ ਗਏ। ਇਦਾਂ ਨਹੀਂ ਹੁੰਦਾ। ਸਰਕਾਰ ਅਸਲ ਦੇ ਵਿੱਚ ਜਿਹੜਾ ਆ ਉਹ ਫੇਲ ਹੋ ਗਈ ਆ। ਪਾਰਦਰਸ਼ਤਾ ਜਿਹਨੂੰ ਕਹਿੰਦੇ ਆ ਨਾ, ਉਹਦਾ ਤਾਂ ਕਿਤੇ ਨਾਮ ਨਿਸ਼ਾਨ ਨਹੀਂ ਹੈ UCP ਸਰਕਾਰ ਦੇ ਵਿੱਚ। ਉਹਨਾਂ ਕੋਲ ਪਾਰਦਰਸ਼ਤਾ ਵੀ ਆ ਜੀ, ਨਾਲ ਦੇ ਨਾਲ ਮੈਨੂੰ ਲੱਗਦਾ ਅਕਾਊਂਟੇਬਿਲਟੀ ਦੀ ਗੱਲ ਕਰੀਏ ਤੇ ਉਹ ਵੀ ਕਿਤੇ ਨਾ ਕਿਤੇ ਸਾਨੂੰ ਨੈਗੇਟਿਵ ਜਾਂ ਮੰਨਫੀ ਦਿਖਦੀ ਆ। ਇੱਕ ਮੈਂ ਹੋਰ ਗੱਲ ਕਰਨੀ ਚਾਹਾਂਗਾ ਇਸੇ ਟੌਪਿਕ ਨਾਲ ਰਿਲੇਟਡ ਆ ਦਿਓਲ ਸਾਹਿਬ, ਕਿ ਰੀਸੈਂਟਲੀ ਦੁਬਾਰਾ ਅਸੀਂ ਆਲਮੋਸਟ ਲੋਕਡਾਊਨ ਵਾਲੇ ਹਾਲਾਤਾਂ ਦੇ ਵਿੱਚ ਆ। ਸਕੂਲ ਬੰਦ ਹੋ ਚੁੱਕੇ ਨੇ ਜੀ, ਰੈਸਟੋਰੈਂਟਸ, ਬਾਰਸ, ਸਲੂਨ, ਆਲਮੋਸਟ ਸਾਰੇ ਕੰਮਕਾਰ ਜਿਹੜੇ ਨੇ ਉਹ ਠੱਪ ਹੋ ਚੁੱਕੇ ਨੇ। ਪਬਲਿਕ ਗੈਦਰਿੰਗ ਤੇ ਉੱਪਰ ਰੋਕ ਲੱਗ ਚੁੱਕੀ ਆ। ਇਹ ਜਿਹੜਾ ਕੰਮ ਆ, ਸਿਲਸਿਲਾ ਜਿਹੜਾ ਵਾ ਲੋਕਡਾਊਨ ਲਗਾ ਤੋਂ ਖੋਲ ਦੋ, ਇਹ ਮੈਨੂੰ ਲੱਗਦਾ 2-3 ਵਾਰੀ ਅਸੀਂ ਰਿਪੀਟ ਕਰ ਲਿਆ। ਥੋੜੇ ਜਿਹੇ ਕੇਸਿਸ ਘਟਣ ਲੱਗਦੇ ਆ, ਅਸੀਂ ਇਕਨੋਮੀ ਨੂੰ ਓਪਨ ਕਰ ਦਿੰਦੇ ਆ, ਤੇ ਇਹ ਸਿਲਸਿਲਾ ਤੁਹਾਨੂੰ ਕੀ ਲੱਗਦਾ ਵੀ ਕਿੰਨਾ ਕੁ ਚਿਰ ਲਗਾਤਾਰ ਚੱਲਦਾ ਰਹੂਗਾ? ਸਾਨੂੰ ਕੋਈ ਸਟ੍ਰਿਕਟ ਐਕਸ਼ਨ ਲੈਣ ਦੀ ਲੋੜ ਨਹੀਂ ਲੱਗਦੀ? ਮੈਨੂੰ ਲੱਗਦਾ ਵੀ ਅਗਰ ਆਪਾਂ ਕੋਈ ਬ੍ਰੇਕ ਲਾਈਕ ਸਰਕਟ ਬ੍ਰੇਕਰ, ਕੋਈ ਲੋਕਡਾਊਨ ਇਦਾਂ ਦਾ ਕੁਝ ਅਰੇਂਜਮੈਂਟ ਕਰੀਏ ਤੇ ਉਹਦੇ ਕੋਈ ਸਾਰਥਕ ਨਤੀਜੇ ਨਿਕਲ ਸਕਦੇ ਨੇ ਜੀ ਆਉਣ ਵਾਲੇ ਦਿਨਾਂ 'ਚ। ਪਹਿਲਾਂ ਤਾਂ ਦੇਖੋ ਜੀ ਵੀ ਇਮਾਨਦਾਰੀ ਦੀ ਬਹੁਤ ਲੋੜ ਹੈ। ਇਮਾਨਦਾਰੀ ਤੋਂ ਬਿਨਾਂ ਕੁਝ ਨਹੀਂ ਹੋਗਾ। ਇਮਾਨਦਾਰੀ ਤੇ ਪ੍ਰਤੀਬੱਧਤਾ, ਉਹਦੇ ਲਈ ਟਰਾਂਸਪੇਰੈਂਸੀ ਨੂੰ ਤੁਸੀਂ ਤਾਈਓ ਦਬਾਉਂਦੇ ਆ ਜਦੋਂ ਤੁਸੀਂ ਆਪਣੀ ਅਕਾਊਂਟੇਬਿਲਿਟੀ ਤੋਂ ਭੱਜਣਾ ਚਾਹੁੰਦੇ ਹੋ। ਤੁਹਾਡੇ ਕੋਲ ਸਾਇੰਟਿਸਟ ਨੇ, ਤੁਹਾਡੇ ਕੋਲ ਡਾਕਟਰ ਨੇ, ਉਹ ਦਿਨ ਰਾਤ ਇੱਕ ਕਰਨ ਲੱਗੇ ਹੋਏ ਨੇ, ਇਹ ਰਿਸਰਚ ਹੋ ਰਹੇ ਨੇ, ਯੂਨੀਵਰਸਿਟੀਆਂ 'ਚ ਹੋ ਰਹੇ ਨੇ, ਇੰਸਟੀਟਿਊਸ਼ਨਸ ਵਰਕ ਕਰ ਰਹੇ ਨੇ, ਉਹ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਨੇ। ਫਿਰ ਤੁਸੀਂ ਉਹ ਇਨਫੋਰਮੇਸ਼ਨ ਜਿਹੜੀ ਡਿਸਕਲੋਜ਼ ਨਹੀਂ ਕਰਦੇ ਹੈ, ਫਿਰ ਤੁਸੀਂ ਕਦੇ ਉਹਨਾਂ ਨੂੰ ਬਦਨਾਮ ਕਰਦੇ ਹੋ। ਤੇ ਸਵਾਲ ਇਹ ਆ ਵੀ ਇੱਕ ਵਾਰੀ ਹੋ ਗਿਆ, 2 ਵਾਰੀ ਹੋ ਗਿਆ, ਤੇ ਤੀਜੀ ਵਾਰੀ ਅਸੀਂ ਥਰਡ ਵੇਵ ਦੇ ਵਿੱਚ ਇਸ ਵੇਲੇ ਉਹਦੇ ਪ੍ਰਭਾਵ ਦੀ, ਮੰਦੀ ਦੇ ਪ੍ਰਭਾਵ ਦੇ ਵਿੱਚ
ਅਸੀਂ ਇਸ ਵੇਲੇ ਜਾ ਰਹੇ ਹਾਂ। ਤੇ ਮੇਰੇ ਕਹਿਣ ਦਾ ਮਤਲਬ ਆ, ਜਿਹੜੀ ਗੱਲ ਡਾਕਟਰ ਕਹਿੰਦੇ ਆ, ਜਿਹੜੀ ਗੱਲ ਚੀਫ ਮੈਡੀਕਲ ਆਫਿਸਰ ਦੀ ਰਿਪੋਰਟ ਹੈ, ਅਸੀਂ ਵੀ ਕਿਹਾ ਕਿ ਪਬਲਿਕ ਹੋਣੀ ਚਾਹੀਦੀ ਆ। ਜੇ ਪਬਲਿਕ ਨਹੀਂ ਕਰਨਾ ਤਾਂ ਇੱਕ ਜਿਹੜੀ ਹੈਲਥ ਕਮੇਟੀ ਬਣੀ ਹੋਈ ਆ, ਉਹਦੇ ਵਿੱਚ ਸਾਰਿਆਂ ਦੇ ਮੈਂਬਰ ਆ, ਉਹਨਾਂ ਨੂੰ ਆਉਣੀ ਚਾਹੀਦੀ ਆ। ਚਲੋ ਜੇ ਉੱਥੇ ਵੀ ਨਹੀਂ ਆਉਂਦੀ ਤਾਂ ਐਕਚੁਅਲੀ ਅਫੀਸ਼ੀਅਲ ਆਪੋਜੀਸ਼ਨ ਨੂੰ ਇਹ ਤਾਂ ਪਤਾ ਲੱਗੇ ਨਾ ਵੀ ਜਿਹੜੇ ਪ੍ਰੋਫੈਸ਼ਨਲਸ ਨੇ, ਐਕਸਪਰਟਸ ਨੇ ਡਿਜ਼ੀਜ਼ਸ ਦੇ, ਬਿਮਾਰੀਆਂ ਦੇ, ਤੇ ਸਾਇੰਟਿਸਟ ਨੇ, ਡਾਕਟਰ ਨੇ, ਉਹ ਕੀ ਕਹਿੰਦੇ ਨੇ। ਤੇ ਸਰਕਾਰ ਚਲੋ ਫੈਸਲਾ ਲੈਣਾ ਚਾਹੁੰਦੀ ਆ, ਸਰਕਾਰ ਕੋ ਹੱਕ ਹੁੰਦਾ ਰਾਜਨੀਤਿਕ ਫੈਸਲੇ ਲੈਣ, ਉਹ ਲੈ ਲਵੇ, ਪਰ ਐਕਚੁਅਲ ਇਨਫੋਰਮੇਸ਼ਨ ਤਾਂ ਉਹਨੂੰ ਦਵਾ ਦਿੱਤਾ ਜਾਂਦਾ। ਪਰ ਹਾਲਾਤ ਉਹੀ ਨੇ। ਤੇ ਤੁਸੀਂ 2 ਮਹੀਨੇ ਪਹਿਲਾਂ ਟਿੱਪਣੀਆਂ ਇਹ ਕਰਨ ਲੱਗ ਜਾਂਦੇ ਹੋ ਵੀ ਇਹ ਤਾਂ ਜੀ ਦੇਖੋ ਇਹਦੇ ਨਾਲ ਤਾਂ ਫਲੂ ਮਾੜਾ ਆ, ਇਹਦੇ ਨਾਲ ਤਾਂ ਇਨਫਲੂਐਂਜ਼ਾ ਮਾੜਾ, ਇਹਦੇ ਨਾਲ ਤਾਂ ਡਰੱਗ ਦਾ ਓਪੀਅਟਸ ਜਿਹੜਾ ਉਹਦੇ ਕੇਸਸ ਜ਼ਿਆਦੇ ਨੇ, ਉਹ ਖਤਰਨਾਕ ਨੇ, ਬੱਚਿਆਂ ਨੂੰ ਤਾਂ ਇਹ ਹੁੰਦਾ ਹੀ ਨਹੀਂ ਹੈ, ਸਕੂਲਾਂ ਦੀ ਤਾਂ ਸਮੱਸਿਆ ਹੀ ਨਹੀਂ ਹੈ। ਤੇ ਐਂਡ ਤੇ ਜਦੋਂ ਹੈਲਥ ਸਿਸਟਮ ਤੇ ਇੰਨਾ ਦਬਾਅ ਵੱਧ ਜਾਂਦਾ ਕਿ 700 ਪੇਸ਼ੈਂਟ ਤੁਹਾਡਾ ਹਸਪਤਾਲ ਦੇ ਵਿੱਚ ਚਲੇ ਗਿਆ ਤੇ 150 ਤੋਂ ਉੱਤੇ ਇੰਟੈਂਸਿਵ ਕੇਅਰ ਦੇ ਵਿੱਚ ਚਲੇ ਗਿਆ, 9-10 ਰੋਜ਼ ਡੈਥ ਹੋ ਰਹੀਆਂ। ਉਹ ਡੈਥ ਕਿੱਥੋਂ ਹੋ ਰਹੀਆਂ? ਹਸਪਤਾਲਾਂ 'ਚੋਂ ਵਿਹਲੇ ਹੋ ਰਹੇ ਬੰਦੇ, ਹਸਪਤਾਲ ਜਿਹੜੇ ਭਰਤੀ ਨੇ ਇੰਟੈਂਸਿਵ ਕੇਅਰ 'ਚ, ਉਹਨਾਂ ਦੀ ਡੈਥ ਹੋਈ ਆ। ਜੇ ਉਹਨਾਂ ਦੀ ਹੋਈ ਆ ਤੇ ਇੰਟੈਂਸਿਵ ਕੇਅਰ ਦੇ ਵਿੱਚ ਅੱਜ ਫਿਰ ਗਿਣਤੀ ਵੱਧ ਗਈ, ਇਹਦਾ ਮਤਲਬ ਉਦੋਂ ਵੱਧ ਬੰਦੇ ਹੋਰ ਉੱਧਰ ਟ੍ਰਾਂਸਫਰ ਹੋ ਗਏ। ਤੁਸੀਂ ਇਨਫੋਰਮੇਸ਼ਨ ਨਹੀਂ ਦਿਓਗੇ, ਤੁਸੀਂ ਲੋਕਾਂ ਨੂੰ ਕਨਵਿੰਸ ਨਹੀਂ ਕਰ ਸਕੋਗੇ। ਜਦੋਂ ਤੁਸੀਂ ਇੱਥੇ ਹੀ ਕਲੀਅਰ ਨਹੀਂ ਤੇ ਬਿਜ਼ਨਸ ਦੀ ਸਪੋਰਟ ਕਰਨੀ, ਡੇ ਕੇਅਰ ਦੀ ਮੈਂ ਗੱਲ ਕਰਕੇ ਹਟਿਆ, ਟੈਕਸੀ ਭਾਈਚਾਰਾ ਜਿਹੜਾ ਉਹਦੀ ਗੱਲ ਕਰਕੇ ਹਟਿਆ, ਤੇ ਲੋਕਾਂ ਦੀ ਬਾਹ ਫੜਨੀ ਬਹੁਤ ਦੂਰ ਦੀ ਗੱਲ ਹੈ। ਲੋਕਾਂ ਪ੍ਰਤੀ ਪਹਿਲਾਂ ਸਰਕਾਰ ਨੂੰ ਇਮਾਨਦਾਰ ਹੋਣਾ ਪਊਗਾ, ਔਰ ਪਾਰਦਰਸ਼ਤਾ ਲਿਆਉਣ ਤੋਂ ਬਿਨਾਂ ਸਰਕਾਰ ਕੋਲ ਦੂਜਾ ਰਾਹ ਕੋਈ ਨਹੀਂ। ਜੇ ਹਜੇ ਵੀ ਉਹ ਇਹਦੇ ਤੋਂ ਸਬਕ ਨਹੀਂ ਸਿੱਖਦੇ ਤਾਂ ਉਹ ਲੋਕਾਂ ਦਾ ਹੋਰ ਜ਼ਿਆਦਾ ਨੁਕਸਾਨ ਕਰਨਗੇ। ਦਿਓ ਸਾਹਿਬ, ਇੱਥੇ ਜੇ ਇੱਕ ਬ੍ਰੇਕ ਦਾ ਸਮਾਂ ਹੋ ਚੁੱਕਿਆ, ਆਪਾਂ ਬ੍ਰੇਕ ਲੈ ਲੈਂਦੇ ਹਾਂ। ਉਸ ਤੋਂ ਬਾਅਦ ਕੁਝ ਹੋਰ ਵੀ ਅਹਿਮ ਗੱਲਾਂ ਬਾਤਾਂ ਨੇ ਅਲਬਰਟਾ ਦੀ ਰਾਜਨੀਤੀ ਨੂੰ ਲੈ ਕੇ, ਉਹ ਆਪਾਂ ਫਿਰ ਕਰਦੇ ਹਾਂ ਜੀ, ਤੇ ਬ੍ਰੇਕ ਲੈ ਲੈਂਦੇ ਹਾਂ ਜੀ। ਤੁਸੀਂ ਦੇਖਦੇ ਰਹਿਣਾ ਜੀ ਪ੍ਰੋਗਰਾਮ ਐਡਮਿੰਟਨ ਡਾਇਰੀ, ਜਲਦ ਹਾਜ਼ਰ ਹੋਣੇ ਆ ਜੀ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ। ਔਰ ਸਾਡੀ ਗੱਲਬਾਤ ਚੱਲ ਰਹੀ ਸੀ ਅਲਬਰਟਾ ਦੀ ਰਾਜਨੀਤੀ ਦੇ ਉੱਪਰ, ਔਰ ਗੱਲਬਾਤ ਦੇ ਵਿੱਚ ਮੇਰਾ ਸਾਥ ਦੇ ਰਹੇ ਨੇ ਐਡਮਿੰਟਨ ਮੈਡੋਜ਼ ਤੋਂ ਐਨਡੀਪੀ ਪਾਰਟੀ ਦੇ ਚੁਣੇ ਹੋਏ ਵਿਧਾਇਕ ਸਰਦਾਰ ਜਸਵੀਰ ਸਿੰਘ ਦਿਓਲ। ਸੋ ਦਿਓਲ ਸਾਹਿਬ, ਅਲਬਰਟਾ ਦੀ ਰਾਜਨੀਤੀ ਦੇ ਵਿੱਚ ਪਿਛਲੇ ਹਫ਼ਤੇ ਇੱਕ ਹੋਰ ਇਦਾਂ ਦੀ ਗੱਲਬਾਤ ਜਿਹੜੀ ਹੈ ਸਾਹਮਣੇ ਆਈ। ਜਸਟਿਸ ਮਿਨਿਸਟਰ ਨੇ ਜੀ ਅਲਬਰਟਾ ਦੇ, ਕੇਸੀ ਮਾਡੂ, ਉਹਨਾਂ ਨੇ ਆਪਣੇ ਫੇਸਬੁੱਕ ਦੇ ਉੱਪਰ ਇੱਕ ਸਟੇਟਮੈਂਟ ਦਿੱਤੀ ਕਿ ਇਸ ਵੇਲੇ ਐਨਡੀਪੀ ਪਾਰਟੀ, ਫੈਡਰਲ ਗਵਰਨਮੈਂਟ ਅਤੇ ਮੀਡੀਆ ਜਿਹੜਾ ਹੈ ਉਹ ਪੈਂਡੈਮਿਕ ਦੇ ਹਾਲਾਤਾਂ ਨੂੰ ਡਿਜ਼ਾਸਟਰ ਦੇ ਵਿੱਚ ਤਬਦੀਲ ਕਰਨ ਦੀ ਸਾਜ਼ਿਸ਼ ਰਚ ਰਿਹਾ। ਫਿਰ ਇਸ ਬਾਬਤ ਜਦੋਂ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਵੱਲੋਂ ਇਸ ਨੂੰ ਸ਼ੇਮਫੁਲ ਦੱਸਿਆ ਗਿਆ, ਜਦੋਂ ਕੈਰੀ ਸਾਹਿਬ ਨੂੰ ਪੁੱਛਿਆ ਗਿਆ ਤਾਂ ਕਹਿੰਦੇ ਜੀ ਮੈਨੂੰ ਤਾਂ ਇਸ ਗੱਲ ਬਾਰੇ ਕੋਈ ਇਲਮ ਨਹੀਂ ਹੈਗਾ ਜੀ। ਤਾਂ ਉਸ ਤੋਂ ਬਾਅਦ ਪਤਾ ਨਹੀਂ ਕੀ ਘਟਨਾਕ੍ਰਮ ਵਾਪਰਿਆ ਕਿ ਅਗਲੇ ਦਿਨ ਮੁੜ ਕੇ ਇਹਨਾਂ ਨੇ ਮਾਫੀ ਵੀ ਮੰਗ ਲਈ ਇਸ ਗੱਲਬਾਤ ਕਰਕੇ ਵੀ ਮੇਰੀ ਸ਼ਬਦਾਵਲੀ ਗਲਤ ਹੋ ਸਕਦੀ ਹੈ, ਪਰ ਮੇਰੀ ਇੰਟੈਂਸ਼ਨ ਇਦਾਂ ਦੀ ਨਹੀਂ ਸੀ। ਕੀ ਕਹਿਣਾ ਚਾਹੋਗੇ ਜੀ? ਦੇਖੋ ਜੀ, ਬਹੁਤ ਮਾੜਾ ਪੱਖ ਹੈ। ਪਹਿਲੀ ਗੱਲ ਤਾਂ ਵੀ ਸਾਰਾ ਕੁਝ ਹਮੇਸ਼ਾ ਹੀ ਜਿਹੜਾ ਪੋਲੀਟੀਕਲ ਨਹੀਂ ਹੁੰਦਾ ਜੀ। ਬਹੁਤ ਕੁਝ ਇਦਾਂ ਦਾ ਆ ਸਾਡੇ ਸਮਾਜ 'ਚ, ਸਾਡੀ ਜਿਹੜੀਆਂ ਕਈ ਐਕਟੀਵਿਟੀਜ਼, ਕਈ ਇਦਾਂ ਦੇ ਇਸ਼ੂ ਆਪਣੇ ਅਸੈਂਬਲੀ ਦੇ ਅੰਦਰ ਵੀ ਹੁੰਦੇ ਆ, ਜਿਹਦੇ ਵਿੱਚ ਤੁਸੀਂ ਬਹੁਤ ਕੁਝ ਪਾਰਟੀ ਪੱਧਰ ਤੋਂ ਉੱਤੇ ਉੱਠ ਕੇ, ਬਹੁਤ ਕੁਝ ਜਿਹੜਾ ਆਪਣੀ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਸੋਚਦੇ ਆ, ਕਰਦੇ ਆ, ਤੇ ਜਿਹੜਾ ਮਸਲੇ ਹੱਲ ਕਰਨ ਲਈ ਉਹ ਆਪਣਾ ਰੋਲ ਉਹਦੇ 'ਚ ਪਲੇ ਕਰਦੇ ਆ। ਤੇ ਇਸ ਵੇਲੇ ਜਿਹੜਾ ਇੰਨਾ ਸੈਂਸਿਟਿਵ ਇਸ਼ੂ ਹੈ, ਮੇਰਾ ਖਿਆਲ ਹੈ, ਮੈਂ ਹੈਰਾਨ ਆ ਕਿ ਉਹ ਇਹਨੂੰ ਸਮਝਣ ਤੋਂ ਕਿਉਂ ਅਸਮਰੱਥ ਨੇ। ਲੋਕ ਜਿਹੜੇ ਨੇ, ਲੋਕ ਬਿਮਾਰ ਨੇ, ਲੋਕ ਘਰ ਬੈਠੇ ਨੇ, ਜੋਬਾਂ ਹੈ ਨਹੀਂ, ਖਰਚੇ ਘਰਾਂ ਦੇ ਚੱਲਦੇ ਨਹੀਂ, ਔਰ ਲੋਕ ਆਪਣੇ ਜਿਹੜੇ ਪਰਿਵਾਰਕ ਜੀਅ ਉਹਨਾਂ ਨੂੰ ਗਵਾ ਰਹੇ ਨੇ। ਤੁਸੀਂ ਅੰਦਾਜ਼ਾ ਲਾਓ ਕਿ ਜੇ ਕਿਸੇ ਦਾ ਜਿਹੜਾ ਪਰਿਵਾਰਕ ਮੈਂਬਰ ਇਹਦੇ ਵਿੱਚ ਚਲੇ ਗਿਆ ਹੋਵੇ, ਜੇ ਕੋਈ ਬੰਦਾ ਬਾਹਰੋਂ ਲੈ ਆਂਦਾ ਬਿਮਾਰੀ ਨੂੰ, ਤਾਂ ਉਹ ਅੱਗੇ ਕਿਸੇ ਆਪਣੇ ਪਰਿਵਾਰ ਦੇ ਮੈਂਬਰ ਨੂੰ ਲਾ ਦਿੰਦਾ, ਤੇ ਉਹ ਗਿਲਟ, ਉਹ ਹਾਲਾਤ, ਉਹ ਮਾਨਸਿਕ ਜਿਹੜੀ ਉਹਦੀ ਹੈਲਥ ਹੈ, ਉਹਦੇ ਤੇ ਕਿੱਦਾਂ ਦਾ ਅਸਰ ਹੋਊਗਾ, ਉਹ ਕਿੰਨਾ ਲੰਬਾ ਹੋਊਗਾ, ਕੀ ਚੱਲਣਾ, ਇਹ ਸੋਚਣ ਦੀ ਬਜਾਏ ਕਿ ਇਕਨੋਮੀ ਦਾ ਕੀ ਹੋਣਾ। ਬਹੁਤ ਕੁਛ ਹੈ। ਮੈਂ ਇਹਨੂੰ ਤਾਂ ਲੰਬਾ ਨਹੀਂ ਕਰਨਾ ਚਾਹੁੰਦਾ ਕਿ ਫੈਡਰਲ ਦੀਆਂ ਆਈਆਂ ਹੋਈਆਂ ਸਪੋਰਟਸ ਤੁਸੀਂ ਵਾਪਸ ਭੇਜ ਦਿੰਦੇ ਹੋ। ਤੁਸੀਂ ਜਿਹੜੇ ਇੱਥੇ ਕੰਮ ਤੇ ਲੱਗੇ ਹੋਏ ਲੋਕ, ਤੁਹਾਨੂੰ ਉਹਨਾਂ ਦੀ ਸਮਝ ਨਹੀਂ ਹੈ ਵੀ ਕਿਹੜੇ ਹਾਲਾਤਾਂ 'ਚ ਗੁਜ਼ਰ ਰਹੇ ਨੇ, ਤੇ ਤੁਸੀਂ ਇਹ ਬਿਆਨ ਦੇਈ ਜਾਂਦੇ ਹੋ ਵੀ ਲੋਕ ਤਾਂ ਉੱਥੇ ਫਸੇ ਹੋਏ ਨੇ। ਡਾਕਟਰ ਬਿਮਾਰ ਹੋ ਗਿਆ, ਦੇਖੋ ਐਮਰਜੈਂਸੀ ਉਹ ਕਹਿੰਦੇ ਜੀ ਬੰਦ ਕਰ ਦਿੱਤੀ ਕਿਉਂਕਿ ਡਾਕਟਰ ਕੁਆਰੰਟੀਨ 'ਚ ਨੇ। ਡਾਕਟਰ ਬਿਮਾਰ ਵੀ ਹੋਏ ਨੇ ਜੀ, ਜਾਨਾਂ ਤੋਂ ਵੀ ਗਏ ਨੇ ਕਈ ਡਾਕਟਰ। ਤੁਸੀਂ ਇਹ ਦੇਖੋ, ਇਹ ਤੋਂ ਮਾੜਾ ਕੀ ਹੋ ਸਕਦਾ ਵੀ
13 ਘੰਟੇ ਲਈ ਐਮਰਜੈਂਸੀ ਸਾਡਾ ਡਿਪਾਰਟਮੈਂਟ ਬੰਦ ਆ, ਇੱਥੇ ਕੋਈ ਪੇਸ਼ੈਂਟ ਨਾ ਲਿਆਂਦਾ ਜਾਵੇ, ਜਦ ਕੋਈ ਪਤਾ ਆ ਵੀ ਇਹਦੇ ਅਲਟਰਨੇਟ ਜਿਹੜੇ ਅਵੇਲੇਬਲ ਨੇ ਉਹ 200-200 ਕਿਲੋਮੀਟਰ ਤੇ ਹੋਣਗੇ, ਜਾ ਕੇ 300-300 ਕਿਲੋਮੀਟਰ ਤੇ ਹੋਣਗੇ, ਇਹਦਾ ਕੀ ਅਸਰ ਹੈ। ਇਸ ਹਾਲਾਤ ਚੋਂ ਲੰਘ ਰਿਹਾ ਹੋਵੇ, ਉਸ ਵੇਲੇ ਤੁਸੀਂ ਜਿਹੜੀਆਂ ਇਦਾਂ ਦੀਆਂ ਗੈਰ ਜ਼ਿੰਮੇਵਾਰੀ ਵਾਲੀਆਂ ਟਿੱਪਣੀਆਂ ਕਰ ਰਹੇ ਹੋਵੋ, ਅਸੀਂ ਤਾਂ ਇਹ ਕਹਿ ਸਕਦੇ ਹਾਂ ਵੀ ਬਸ ਇਹਨਾਂ ਨੂੰ ਪ੍ਰਮਾਤਮਾ ਸਮੱਤ ਬਖਸ਼ੇ, ਇਹ ਆਪਣੀ ਜ਼ਿੰਮੇਵਾਰੀ ਸਮਝਣ ਜਿਹੜਾ ਇਹਨਾਂ ਨੂੰ ਅਲਬਰਟਾ ਦੇ ਵਾਸੀਆਂ ਨੇ ਰੋਲ ਦਿੱਤਾ ਸੀ। ਨਹੀਂ ਤਾਂ ਬਾਕੀ ਸਾਰਾ ਕੁਝ ਚੱਲੇ ਰਿਹਾ। ਲੋਕ ਜਿਹੜਾ ਆ ਉਹਦੇ ਕਈ ਪੱਖਾਂ ਤੋਂ ਪ੍ਰੈਸ਼ਰ ਵੀ ਨੇ, ਜਿਹੜੀ ਤੁਸੀਂ ਮਾਫੀ ਦੀ ਗੱਲ ਕੀਤੀ ਆ, ਉਹ ਬਿਲਕੁਲ ਲੋਕਾਂ ਦਾ ਜਿਹੜਾ ਪ੍ਰੈਸ਼ਰ ਆ, ਲੋਕਾਂ ਦੀ ਜਿਹੜੀ ਫੀਡਬੈਕ ਆ, ਉਹਦੇ ਤੋਂ ਘਬਰਾ ਕੇ ਉਹਨਾਂ ਨੇ ਮਾਫੀ ਮੰਗੀ ਆ। ਨਹੀਂ ਤੇ ਇਦਾਂ ਦੀ ਜ਼ਿਆਦਾ ਇਦਾਂ ਦਾ ਘਮੰਡ ਹੈ, ਉਹ ਕਿੱਥੇ ਸੁਣਦੇ ਨੇ। ਮੈਂ ਤਾਂ ਬਿਆਨ ਹੀ ਨਹੀਂ ਸੁਣਿਆ, ਸਾਰੀ ਦੁਨੀਆ ਰੌਲਾ ਪਾਈ ਜਾਂਦੀ ਆ। ਗੁਆਂਢ 'ਚ ਬੈਠੇ ਕੈਨੀ ਸਾਹਿਬ ਕਹਿੰਦੇ ਇਹ ਕਿੱਥੇ ਵਾਪਰਿਆ, ਵੀ ਮੈਨੂੰ ਤਾਂ ਪਤਾ ਨਹੀਂ ਲੱਗਾ ਕਿੱਥੇ ਹੋਇਆ, ਤੇ ਮੈਂ ਸਮਝਦਾ, ਪਰ ਉਹ ਮੰਨਣਾ ਵੀ ਪੈ ਗਿਆ। ਫਿਰ ਮੈਂ ਕਹਿੰਦਾ ਉਹਨਾਂ ਨੂੰ ਸੰਜੀਦਗੀ ਦੇ ਨਾਲ ਇਸ ਵੇਲੇ ਕੰਮ ਕਰਨ ਦੀ ਲੋੜ ਹੈ, ਔਰ ਆਪੋਜੀਸ਼ਨ ਉਹਦੇ ਵਿੱਚ ਆਪਣਾ ਹਿੱਸਾ ਪਾਉਣ ਲਈ ਲਗਾਤਾਰ ਤਿਆਰ ਹੈ। ਅਸੀਂ ਰੋਜ਼ ਕਾਲ ਕਰਦੇ ਹਾਂ, ਅਸੈਂਬਲੀ ਬੰਦ ਹੋ ਗਈ, ਅਸੀਂ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਹਾਂ, ਅਸੀਂ ਆਪਣੀ ਨਿਊਜ਼ ਰਿਲੀਜ਼ ਦੇ ਵਿੱਚ ਕਹਿੰਦੇ ਹਾਂ ਕਿ ਸਰਕਾਰ ਇੱਥੇ ਧਿਆਨ ਦੇਵੇ, ਔਰ ਅਸੀਂ ਬਿਲਕੁਲ ਨਾਲ ਕੰਮ ਕਰਨ ਨੂੰ ਤਿਆਰ ਹਾਂ। ਬਿਲਕੁਲ ਦਿਓਲ ਸਾਹਿਬ, ਇਹ ਜਿਹੜਾ ਸਮਾਂ ਵਾ, ਇਹ ਸਰਕਾਰਾਂ ਨੂੰ ਅਗਵਾਈ ਪ੍ਰਦਾਨ ਕਰਨ ਦਾ ਸਮਾਂ ਵਾ, ਉਹਨਾਂ ਨੂੰ ਲੋਕਾਂ ਦੇ ਨਾਲ ਖੜਨ ਦਾ ਸਮਾਂ ਵਾ। ਇਸ ਸਮੇਂ ਰਾਜਨੀਤੀ ਕਰਨੀ ਇੱਕ ਵਧੀਆ ਇੱਕ ਕਿਸਮ ਦੀ ਰਾਜਨੀਤੀ ਨਹੀਂ ਲੱਗਦੀ। ਦਿਓਲ ਸਾਹਿਬ, ਤੁਸੀਂ ਜ਼ਿਕਰ ਕੀਤਾ ਸੀਗਾ ਕਿ ਸਕੂਲ ਜਿਹੜੇ ਆ ਉਹਨਾਂ ਦੇ ਵਿੱਚ ਕਾਫੀ ਲੰਬੇ ਤੁਸੀਂ ਦੇਖਿਆ ਹੋਏਗਾ ਵੀ ਕਾਫੀ ਆਊਟਬ੍ਰੇਕਸ ਹੋਏ, ਕੇਸਿਸ ਬਹੁਤ ਨਿਕਲੇ। ਮੈਨੂੰ ਲੱਗਦਾ ਵੱਡੀ ਗਿਣਤੀ ਵਿੱਚ ਸਟਾਫ ਅਤੇ ਬੱਚੇ ਜਿਹੜੇ ਆ ਉਹਨਾਂ ਨੂੰ ਕੁਆਰੰਟਾਈਨ ਕੀਤਾ ਗਿਆ, ਉਹਨਾਂ ਨੂੰ ਆਈਸੋਲੇਟ ਕੀਤਾ ਗਿਆ। ਹੁਣ ਰੀਸੈਂਟਲੀ ਜਿਹੜੇ K to 6 ਕਲਾਸਿਸ ਸੀਗੀਆਂ, ਉਹਨਾਂ ਨੂੰ ਵੀ 2 ਹਫ਼ਤਿਆਂ ਦੇ ਲਈ ਇਹਨਾਂ ਨੇ ਆਨਲਾਈਨ ਸਕੂਲਿੰਗ ਕਰ ਦਿੱਤੀ ਹੈ। ਇੱਕ ਬੜਾ ਵੱਡਾ ਸਵਾਲ ਹੈ ਜੀ ਕਿ ਪੇਰੈਂਟਸ ਸਪੋਜ਼ ਬੱਚੇ ਦੇ ਦੋਨੋਂ ਹੀ ਵਰਕਿੰਗ ਨੇ, ਹੁਣ ਬੱਚੇ ਦੀ ਟੇਕ ਕੇਅਰ ਲਈ ਕਿਸੇ ਨਾ ਕਿਸੇ ਨੂੰ ਤਾਂ ਘਰ ਰਹਿਣਾ ਪਵੇਗਾ ਜੀ। ਕੀ ਉਹਨਾਂ ਦੀ ਪੇ ਚੈੱਕ ਨੂੰ ਪ੍ਰੋਟੈਕਟ ਕਰਨ ਦੇ ਲਈ ਗਵਰਨਮੈਂਟ ਵੱਲੋਂ ਕੋਈ ਇਹਦਾ ਕੋਈ ਅਲਟਰਨੇਟਿਵ, ਕੋਈ ਇਹਦਾ ਸਾਧਨ ਕੱਢਿਆ ਗਿਆ ਜੀ? ਜਸਟ ਬਿਗ ਕੁਐਸਚਨ। ਨਹੀਂ ਜੀ, ਅਜੇ ਤੱਕ ਇਹਦੇ ਤੇ ਬਹੁਤ ਐਡਵੋਕੇਸੀ ਹੋ ਰਹੀ ਆ। ਜਿਹੜੀ ਸਾਡੇ ਕ੍ਰਿਟਿਕ ਨੇ ਨਾ ਚਿਲਡਰਨ ਸਰਵਿਸਿਜ਼ ਦੇ, ਤੇ ਉਹ ਹੈਗੇ ਰਾਖੀ ਪੰਚੋਲੀ ਜੀ, ਉਹ ਲਗਾਤਾਰ ਤੁਸੀਂ ਦੇਖੋ ਸਰਕਾਰ ਨੂੰ ਇਹਦੇ ਉੱਤੇ ਘੇਰਦੇ ਨੇ, ਤੇ ਆਪਣੇ ਪੰਜਾਬੀ ਭਾਈਚਾਰੇ ਤੋਂ ਬਹੁਤ ਲੋਕ ਨੇ, ਆਪਣੇ ਕਮਿਊਨਿਟੀ ਜਿਹੜੀ ਇੱਥੇ ਰਹਿੰਦੀ ਆ, ਸਕੂਲਾਂ ਦੇ ਵਿੱਚ ਵੀ ਉਹਨਾਂ ਦੇ ਬੱਚੇ ਨੇ, ਇਸ ਡਿਪਾਰਟਮੈਂਟ 'ਚ ਜਿਹੜੇ ਲੋਕ ਸਰਵਿਸ ਕਰਦੇ ਉਹ ਵੀ ਨੇ, ਤੇ ਨਾਲ ਦੀ ਨਾਲ ਜਿਹੜਾ ਡੇ ਕੇਅਰਸ ਨੇ ਉਹਦੇ ਨਾਲ ਜੁੜੇ ਹੋਏ ਲੋਕ ਨੇ, ਆਪਣਾ ਬਹੁਤ ਵੱਡਾ ਹਿੱਸਾ ਉਹਨਾਂ 'ਚ ਉਹ ਨਿੱਜੀ ਤੌਰ ਦੇ ਉੱਤੇ ਕਾਲ ਕਰਕੇ ਵੀ ਫੀਡਬੈਕ ਦਿੰਦੇ ਨੇ, ਆਪਣੇ ਦੁੱਖ ਵੀ ਦੱਸਦੇ ਨੇ। ਤੇ ਮੈਂ ਬਹੁਤੀ ਵਾਰੀ ਉਹਨਾਂ ਨੂੰ ਫਾਰਵਰਡ ਕਰਦਾ, ਕਦੇ ਰਾਖੀ ਪੰਚੋਲੀ ਕੋਲ, ਕਿਤੇ ਸਰਕਾਰ ਵੱਲ, ਤੇ ਕਿਤੇ ਆਪ ਵੀ ਉਹਦੇ ਤੇ ਬਿਆਨਬਾਜ਼ੀ ਕਰਦੇ ਆ। ਤੇ ਬਹੁਤ ਹੀ ਮੰਦਭਾਗਾ, ਜਦੋਂ ਸ਼ੁਰੂ ਦੇ ਵਿੱਚ ਹੀ ਸਕੂਲ ਅਜੇ ਸ਼ੁਰੂ ਹੋਣੇ ਸੀ ਨਾ ਜੀ, ਸਪਰਿੰਗ ਆਪਣੇ ਫਾਲ 'ਚ 2020 'ਚ ਸਤੰਬਰ 'ਚ, ਉਹਦੇ ਤੋਂ ਪਹਿਲਾਂ ਇੱਕ ਬਹੁਤ ਡਿਟੇਲਡ ਜਿਹੜਾ ਆਲਟਰਨੇਟ ਪਲਾਨ NDP ਨੇ ਪ੍ਰਪੋਜ਼ ਕੀਤਾ ਸੀ ਉਹਨਾਂ ਨੂੰ, ਭਾਈ ਇਹਨੂੰ ਲੌਂਗ ਟਰਮ ਮੰਨ ਕੇ ਚੱਲੋ, ਇਹਨੂੰ ਸੀਰੀਅਸਲੀ ਲਵੋ, ਤੇ ਇਹਦਾ ਪੱਕਾ ਹੱਲ ਕਰੋ। ਕਿ ਉਹ ਜਿਹੜੇ ਹੱਲ ਸੁਝਾਏ ਸੀ, ਉਹ ਹੱਲ ਬਹੁਤੇ ਆਲਰੇਡੀ ਬਹੁਤ ਥਾਂ ਤੇ, ਨਿਊਜ਼ੀਲੈਂਡ ਹੋਵੇ, ਆਸਟ੍ਰੇਲੀਆ ਹੋਵੇ, ਨਾਰਵੇ ਹੋਵੇ, ਜਾਂ ਕਿਤੇ ਇਜ਼ਰਾਈਲ ਹੋਵੇ, ਇੱਦਾਂ ਦੇ ਥਾਂ ਤੇ, ਬਹੁਤ ਥਾਂ ਤੇ ਉਹ ਜਿੱਥੇ ਵੀ ਵਰਤੇ ਗਏ ਨੇ। ਕੈਨੇਡਾ ਦੀਆਂ ਵੀ ਕੁਝ ਪ੍ਰੋਵਿੰਸਸ ਨੇ ਉਸ ਵੇਲੇ ਹੰਗਾਰਾ ਭਰਿਆ ਸੀ, ਕਈਆਂ ਨੇ ਕੁਝ ਉਹਦੇ 'ਚੋਂ ਕਦਮ ਚੁੱਕੇ ਵੀ, ਉਹਦੇ ਬੜੇ ਹਾਂ ਪੱਖੀ ਰਿਜ਼ਲਟ ਨਿਕਲੇ ਨੇ। ਪਰ ਉਹ ਹਰ ਇੱਕ ਗੱਲ ਨੂੰ ਟੀਸ ਕਰਨ ਤੇ ਲੱਗੇ ਹੋਏ, ਹਰ ਗੱਲ ਨੂੰ ਮਖੌਲ ਉਡਾਉਣ 'ਚ ਲੱਗੇ ਰਹੇ, ਕਿਉਂਕਿ ਇੱਕ ਵੀ ਜਿਹੜਾ ਉਹਨਾਂ ਨੂੰ ਕੋਈ ਪੈਸਾ ਜਿਹੜਾ ਹੈ ਨਾ, ਉਹ ਕਿਤੇ ਸਿਹਤ ਸੇਵਾਵਾਂ, ਐਜੂਕੇਸ਼ਨ ਤੇ ਜਿਹੜੇ ਸੋਸ਼ਲ ਵੈਲਫੇਅਰ ਆ ਉਹਦੇ ਤੇ ਲਾਉਣਾ ਪਵੇ, ਤੇ ਉਹ ਰੌਲਾ ਪਾਉਂਦੇ ਨੇ ਸਪੈਂਡਿੰਗ। ਉਹ ਸਪੈਂਡਿੰਗ ਵੀ ਬੰਦ ਕੀਤੀ ਹੋਈ ਆ। ਉਹ ਸਪੈਂਡਿੰਗ ਦੇ ਮੂਹਰੇ ਲੋਕ ਸਾਰੇ ਸਿੱਟ ਦਿੱਤੇ ਨੇ ਹੱਥੇ ਵੀ ਤੁਸੀਂ ਇੱਥੇ ਸਫ਼ਰ ਕਰੋ। ਮੈਂ ਸਮਝਦਾ ਵੀ ਮੈਂ ਤਾਂ ਹੈਰਾਨ ਵੀ ਇਸ ਗੱਲ ਤੋਂ, ਤਾਂ ਮੇਰਾ ਸਿਰ ਵੀ ਝੁਕਦਾ ਟੀਚਰਾਂ ਮੂਹਰੇ, ਡਾਕਟਰਾਂ ਮੂਹਰੇ, ਨਰਸਾਂ ਮੂਹਰੇ। ਇਹ ਸੱਚੀ ਮੈਂ ਆਪਣੇ ਮਨ ਤੋਂ ਗੱਲ ਕਹਿਣਾ ਵੀ ਜਿਹੜੀ ਇਨਫੋਰਮੇਸ਼ਨ ਕਈ ਵਾਰੀ ਸਾਡੇ ਕੋਲ ਹੁੰਦੀ ਆ, ਜੇ ਆਪੋਜੀਸ਼ਨ ਹੈ, ਜਿਨ੍ਹਾਂ ਹਾਲਤਾਂ 'ਚ ਮੈਂ ਆਪਣੇ ਬੱਚੇ ਦੀ ਗੱਲ ਕਰ ਸਕਦਾ, ਸਪੈਸ਼ਲ ਨੀਡ ਕਲਾਸ 'ਚ ਹੈ, ਔਰ 4 ਡਿਫਰੈਂਟ ਲੈਵਲ ਦੇ ਕਲਾਸਾਂ ਜਿਹੜੀਆਂ ਉਸ ਟੀਚਰ ਨੂੰ ਦੇ ਦਿੱਤੀਆਂ ਗਈਆਂ, ਔਰ ਸਾਰੀਆਂ ਜ਼ਿੰਮੇਵਾਰ ਤੁਸੀਂ ਦੱਸੋ। ਉਹ ਬੱਚੇ ਜਿਨ੍ਹਾਂ ਨੂੰ ਆਲਰੇਡੀ ਆਰਡੀਨਰੀ ਬੱਚਿਆਂ ਨਾਲੋਂ ਵੱਧ ਹੈਲਪ ਦੀ ਲੋੜ ਹੁੰਦੀ ਆ, ਜ਼ਿਆਦਾ ਅਸਿਸਟੈਂਟ ਨਾਲ ਚਾਹੀਦੇ ਹੁੰਦੇ ਕੰਮ ਕਰਨ ਵਾਲੇ, ਤੇ ਹੋਰ ਜਿਹੜੇ ਟੂਲਸ ਵੀ ਚਾਹੀਦੇ ਹੁੰਦੇ, ਉਹ ਉਸ ਮਾਹੌਲ 'ਚ ਲੱਗੇ ਹੋਏ ਨੇ। ਮੈਂ ਉਹਦਾ ਨਾਮ ਕੋਟ ਕਰਕੇ, ਇੱਕ ਦਿਨ ਮੈਂ ਪਹਿਲਾਂ ਜਨਰਲੀ ਉੱਥੇ ਫੀਡਬੈਕ ਦਿੱਤੀ ਸੀ, ਭਈ ਤੁਸੀਂ ਇਹਨੂੰ ਸੋਚੋ, ਸਮਝੋ,
ਤੇ ਇਹਦੇ ਵੱਲ ਦੇਖੋ ਤੇ ਇਹਨੂੰ ਹੱਲ ਕਰੋ। ਫਿਰ ਮੈਂ ਉਹਨਾਂ ਆ ਕੇ ਟੀਚਰ ਨਾਲ ਗੱਲ ਕੀਤੀ, ਮੈਂ ਕਿਹਾ ਵੀ ਮੈਂ ਤਾਂ ਤੇਰਾ ਥੈਂਕ ਯੂ ਨਹੀਂ ਕਰ ਸਕਦਾ, ਮੈਂ ਜਦੋਂ ਆ ਕੇ ਦੇਖਦਾ ਤੁਸੀਂ ਕੀ ਕਰਦੇ ਹੋ। ਤੇ ਮੈਂ ਜਾ ਕੇ ਉਹ ਕੋਟ ਵੀ ਕੀਤਾ, ਉਹਦਾ ਨਾਂ ਲੈ ਕੇ ਕੋਟ ਕੀਤਾ ਉੱਥੇ। ਤੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਹੈ। ਪੇਰੈਂਟਸ ਵਿਚਾਰੇ ਜਿਹੜੇ ਛੋਟੇ ਬੱਚਿਆਂ ਨੂੰ ਕੰਪਿਊਟਰ ਨਹੀਂ ਚਲਾਉਣੇ ਆਉਂਦੇ, ਉਹ ਫਾਲੋ ਨਹੀਂ ਕਰ ਸਕਦੇ, ਨੰਬਰ ਆਫ ਇਸ਼ੂਜ਼ ਆ। ਇਹਨਾਂ ਨੇ ਨਾ ਟੋਟਲੀ ਉਸ ਪਲਾਨ ਨੂੰ ਰੱਦ ਕਰ ਦਿੱਤਾ, ਉਹਦੇ ਜਿਹੜੇ ਸਿੱਟੇ ਅਸੀਂ ਇੱਥੇ ਭੁਗਤ ਰਹੇ ਹਾਂ। ਜੀ ਦਿਓਲ ਸਾਹਿਬ, ਇੱਕ ਨਾ ਰੀਸੈਂਟਲੀ ਰਿਪੋਰਟ ਆਈ ਹੈ ਜੀ, ਕੈਨੇਡਾ ਰੈਸਟੋਰੈਂਟ ਨਾਂ ਦੀ ਇੱਕ ਐਡਵੋਕੇਸੀ ਆ, ਜਿਹੜੀ ਕਿ ਕੈਨੇਡੀਅਨ ਹੌਸਪਿਟੈਲਿਟੀ ਇੰਡਸਟਰੀ ਨੂੰ ਰਿਪਰੈਜ਼ੈਂਟ ਕਰਦੇ ਨੇ। ਉਹਨਾਂ ਦੀ ਰਿਪੋਰਟ ਦੇ ਮੁਤਾਬਿਕ ਅਲਬਰਟਾ ਦੇ ਵਿੱਚ ਇਸ ਵੇਲੇ ਲਗਭਗ 52,000 ਜਿਹੜੇ ਰੈਸਟੋਰੈਂਟ EMPLOYEES ਨੇ ਉਹ ਜੌਬਲੈਸ ਨੇ ਜੀ। ਔਰ ਉਹਨਾਂ ਵੱਲੋਂ ਵੇਜ ਸਬਸਿਡੀ ਤੇ ਰੈਂਟ ਸਬਸਿਡੀ ਜਿਹੜੀ ਆ ਉਸਨੂੰ 1 ਸਾਲ ਐਕਸਟੈਂਡ ਕਰਨ ਦੇ ਲਈ ਅਪੀਲ ਵੀ ਕੀਤੀ ਗਈ ਆ, ਕਿਉਂਕਿ ਜਿਹੜੇ ਇਹ ਛੋਟੇ ਜਿਹੜੇ ਬਿਜ਼ਨੈਸਸ ਨੇ ਜੀ, ਇਹ ਨਾ ਸਿਰਫ ਇਕਨੋਮੀ ਨੂੰ ਰਨ ਕਰਦੇ ਨੇ ਜੀ, ਇਹ ਫੈਮਲੀਜ਼ ਨੂੰ ਸਪੋਰਟ ਵੀ ਕਰਦੇ ਨੇ। ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਬਿਲਕੁਲ ਜੀ, ਮੈਂ ਸਮਝਦਾ ਪਈ, ਮੈਂ ਪਹਿਲਾਂ ਹੀ ਕਿਹਾ ਸੀ ਨੈਰੇਟਿਵ ਤੁਸੀਂ ਇਹੋ ਜਿਹਾ ਕ੍ਰੀਏਟ ਕਰਤਾ। ਉੱਦਾਂ ਤਾਂ ਤੁਸੀਂ ਗੱਤੇ ਦੇ ਉੱਤੇ ਹੈਲਥ ਗਰੰਟੀ ਵੀ ਲਿਖ ਕੇ ਆਏ ਸੀਗੇ ਵੀ ਉਹ ਵੀ ਸੇਵ ਕਰਨੀ ਆ। ਦੂਜਾ ਬਿਜ਼ਨਸ ਹੁਣ ਬਿਜ਼ਨਸ ਦੀ ਡੈਫੀਨੇਸ਼ਨ ਤੁਸੀਂ ਕਿਹੜੀ ਕੱਢ ਲਈ ਆ? ਤੇ ਜੇ ਬਿਜ਼ਨਸ ਨਹੀਂ ਚੱਲਣਗੇ, ਸਾਡੇ ਕਾਰਨਰ 'ਚ ਚੱਲਦੀਆਂ ਸ਼ਾਪਾਂ ਨਹੀਂ ਚੱਲਣਗੀਆਂ, ਤੇ ਜਿਹੜੇ ਲੋਕ ਇੱਥੇ ਕੰਮ ਕਰਦੇ ਹਜ਼ਾਰਾਂ ਦੀ ਗਿਣਤੀ 'ਚ, ਸਭ ਤੋਂ ਵੱਡਾ ਜਿਹੜਾ EMPLOYER ਆ ਨਾ ਜੀ, ਇੱਕ ਮੈਂ ਇਹ ਗੱਲ ਇੱਥੇ ਨੋਟ ਕਰਾਉਣਾ ਚਾਹੁੰਦਾ, ਨਾ ਕਿ ਸਾਡੇ ਦੇਸ਼, ਕਿਸੇ ਵੀ ਦੇਸ਼ ਦੇ ਵਿੱਚ ਜਿਹੜਾ ਸਭ ਤੋਂ ਵੱਡਾ EMPLOYMENT ਹੈ ਉਹ ਸਮਾਲ ਸਕੇਲ ਇੰਡਸਟਰੀ ਦੇ ਵਿੱਚ ਹੈ। ਬਿਲਕੁਲ। ਜੇ ਤੁਹਾਡੀ ਰੀੜ੍ਹ ਦੀ ਹੱਡੀ ਕਿਸੇ ਇਕਨੋਮੀ ਦੀ ਆ, ਤੇ ਉਹ ਕਈ ਵਾਰੀ ਵੱਡੀ ਜਿਹੜੀ ਇਨਵੈਸਟਮੈਂਟ ਉਹਦੀ ਲੋੜ ਹੁੰਦੀ ਆ, ਉਹਦਾ ਆਪਣਾ ਰੋਲ ਹੈ। ਪਰ ਜੇ ਰੀੜ੍ਹ ਦੀ ਹੱਡੀ ਆ ਕਿਸੇ ਇਕਨੋਮੀ ਦੀ, ਤਾਂ ਉਹ ਜਿਹੜੀ ਸਮਾਲ ਸਕੇਲ ਇੰਡਸਟਰੀ ਆ, ਲੋਕ ਤਾਂ ਉਹਨੂੰ ਬੜਾ ਰਿਸਕ ਲੈ ਕੇ ਚਲਾਉਂਦੇ ਨੇ, ਕ੍ਰੈਡਿਟ ਕਾਰਡਾਂ ਤੇ ਚਲਾਉਂਦੇ ਨੇ, ਤੇ ਫਿਰ ਵੀ ਆਪਣੇ ਜਿਹੜੇ ਫੈਮਿਲੀ ਵਾਂਗ ਚਲਾਉਂਦੇ ਨੇ, ਦੁੱਖ ਸੁੱਖ ਦੇ ਵਿੱਚ ਵੀ ਇੱਕ ਦੂਜੇ ਦੇ ਕੰਮ ਆਉਂਦੇ ਨੇ। ਪਰ ਇਸ ਵੇਲੇ ਜਿਹੜੀ ਸਰਕਾਰ ਆ, ਸਰਕਾਰ ਉਹ ਬਿਲਕੁਲ, ਹਾਲਾਂਕਿ ਇੱਦਾਂ ਦੇ ਉਹ ਇੱਕ ਨੈਰੇਟਿਵਸ ਦੇ ਕੇ ਆਈ ਸੀ, ਤੇ ਹੁਣ ਵੀ ਅਸੀਂ ਬਿਜ਼ਨਸ, ਜੇ UCP ਤੇ ਬਿਜ਼ਨਸ ਜਿਵੇਂ ਇੱਕੋ ਹੀ ਚੀਜ਼ ਹੁੰਦੀ ਹੈ, ਤੇ ਹੁਣ ਸਾਰਾ ਕੁਝ ਆ ਕੇ ਪੜਾਕਾ ਪੈ ਗਿਆ, ਸੰਜੀਦਗੀ ਨਾਂ ਦੀ ਕੋਈ ਚੀਜ਼ ਨਹੀਂ। ਔਰ ਅਸੀਂ ਜ਼ੋਰਦਾਰ ਢੰਗ ਨਾਲ ਕਹਿੰਦੇ ਹਾਂ, ਪਹਿਲਾਂ ਇਹਨਾਂ ਨੇ ਨੋਇੰਗਲੀ ਗੈਰ ਸੰਜੀਦਗੀ, ਜਿਹੜੀ ਮੈਂ ਗੱਲ ਕਰਦਾ ਵੀ ਬਿਜ਼ਨਸ ਖੋਲ ਦੇਣੇ ਆ, ਕਰੋਨਾ ਕੁਛ ਨਹੀਂ, ਉਹਨਾਂ ਵਿਚਾਰਿਆਂ ਨੇ ਗਰੋਸਰੀਆਂ ਭਰ ਲਈਆਂ, ਸਮਾਨ ਭਰ ਲਿਆ, ਤੇ ਜਦੋਂ ਉਹਨਾਂ ਨੇ ਡੋਰ ਖੋਲਣੀ ਸੀ, ਇਹ ਕਹਿੰਦੇ ਜੀ ਹੋਰ 2 ਹਫ਼ਤਿਆਂ ਲਈ, 2 ਮਹੀਨਿਆਂ ਲਈ ਇਹ ਹੁਣ ਬੰਦ ਰਹਿਣਗੇ। ਤੇ ਉਹਨਾਂ ਹੁਣ ਫਿਰ ਇਸੇ ਤਰ੍ਹਾਂ ਹੀ ਕਹਿ ਦਿੱਤਾ ਪੈਟੀਓ ਚੱਲਣਗੇ। ਪਹਿਲਾਂ ਬੜੀ ਸਰਪ੍ਰਾਈਜ਼ਿੰਗ ਇਨਫੋਰਮੇਸ਼ਨ ਸੀ ਵੀ ਹੁਣ ਤੁਸੀਂ ਲਾ ਇਨਫੋਰਸਮੈਂਟ ਦੀ ਬਜਾਏ ਇਹ ਡਿਊਟੀ ਵੀ ਤੁਸੀਂ ਜਿਹੜੇ ਸ਼ੈਫ ਕੰਮ ਕਰਦੇ ਨੇ ਰੈਸਟੋਰੈਂਟਾਂ ਤੇ, ਉਹਨਾਂ ਤੇ ਪਾ ਦਿੱਤੀ ਕਿ ਉਹਨਾਂ ਨੇ ਕਰੋਨਾ ਕਿਵੇਂ ਕੰਟਰੋਲ ਕਰਨਾ ਤੇ ਕਿਵੇਂ ਟ੍ਰੇਸ ਕਰਨਾ, ਇਹ ਵੀ ਜ਼ਿੰਮੇਵਾਰੀ ਉਹਨਾਂ ਨੇ ਪਾ ਦਿੱਤੀ। ਤੇ ਨਾਲ ਹੀ ਜਦੋਂ ਉਹਨਾਂ ਨੇ ਫਿਰ ਵੀ ਦੇਖਿਆ ਵੀ ਇੰਨੇ ਚਿਰ ਦਾ ਕਾਰੋਬਾਰ ਬੰਦ ਹੋਇਆ ਪਿਆ, ਸਾਰਾ ਕੁਛ ਆ, ਚਲੋ ਸੇਫਲੀ ਇਹਨੂੰ ਮੈਨੇਜ ਕਰਨਾ, ਕਈਆਂ ਨੇ ਤਾਂ $50,000 ਲਾਇਆ ਉਹਦੀ ਕਪੈਸਿਟੀ ਬਣਾਉਣ ਲਈ, ਪੈਟੀਓ ਬਿਲਡ ਕਰਨ ਲਈ। ਤੇ ਤੁਸੀਂ ਆ ਕੇ ਜਦੋਂ ਸਾਰੀ ਇਨਵੈਸਟਮੈਂਟ ਹੋ ਗਈ ਉੱਥੇ, ਉਹਨਾਂ ਦਾ ਖਰਚਾ ਹੋ ਗਿਆ, ਉਹਨਾਂ ਦਾ ਖਰਚਾ ਸਪੈਂਡਿੰਗ ਨਹੀਂ ਹੈ, ਤੇ ਉਸ ਵੇਲੇ ਤੁਸੀਂ ਕਹਿਤਾ ਨਹੀਂ ਜੀ ਇਹ ਤਾਂ ਹੋਰ ਬੰਦ ਰਹਿਣਗੇ। ਇਹ ਮੇਰਾ ਖਿਆਲ ਇਹ ਕੋਲਡ ਹਾਰਟ ਜਿਹੜਾ ਹੋਰ ਕੁਝ ਬੰਦਾ ਹੋ ਨਹੀਂ ਸਕਦਾ। ਤੇ ਇਹ ਗੱਲ ਸਮਝਣ ਦੀ ਲੋੜ ਹੈ ਕਿ ਇਕਨੋਮਿਕ ਰਿਕਵਰੀ ਇਹਨਾਂ ਨੂੰ ਸਪੋਰਟ ਕੀਤਿਆਂ ਬਿਨਾਂ ਤੁਸੀਂ ਕਿਆਸ ਨਹੀਂ ਕਰ ਸਕਦੇ। ਮੈਂ ਸਮਝਦਾ ਸਰਕਾਰ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ। ਬਿਲਕੁਲ ਜੀ, ਕਿਤੇ ਨਾ ਕਿਤੇ ਲੈਕ ਆਫ ਪਲੈਨਿੰਗ ਜਿਹੜੀ ਆ ਉਹ ਨਜ਼ਰ ਆਉਂਦੀ ਆ, ਲੈਕ ਆਫ ਰਿਸਰਚ ਨਜ਼ਰ ਆਉਂਦੀ ਆ। ਜਦੋਂ ਆਪਾਂ ਇਹੋ ਜਿਹੇ ਆਰਡਰ ਦੇ ਦੇਣੇ, ਤਾਨਾਸ਼ਾਹੀ ਹੁਕਮ ਦੇ ਦੇਣੇ ਵੀ ਭਾਈ ਤੁਸੀਂ ਪੈਟੀਓ ਚਲਾ ਸਕਦੇ ਜੇ, 2 ਦਿਨਾਂ ਦੇ ਵਿੱਚ ਤੁਸੀਂ ਫਿਰ ਆਰਡਰ ਦੇ ਦਿੰਦੇ ਵੀ ਭਾਈ ਪੈਟੀਓ ਬੰਦ। ਤੇ ਦਿਓਲ ਸਾਹਿਬ, ਸਮਾਂ ਸਮਾਪਤ ਹੋਣ ਵਾਲਾ ਵਾ ਆਪਣੇ ਪ੍ਰੋਗਰਾਮ ਦਾ। ਜਾਂਦਾ ਇਹ ਦੱਸ ਦਿਓ ਕਿ ਐਜ਼ ਏ ਆਪੋਜੀਸ਼ਨ ਪਾਰਟੀ, NDP ਪਾਰਟੀ ਦਾ ਇਸ ਵੇਲੇ ਕੀ ਸਟੈਂਡ ਆ, ਕੀ ਤੁਸੀਂ ਸਟ੍ਰੈਟਜੀ ਅਪਣਾਈ ਹੋਈ ਆ, ਕਿਸ ਤਰੀਕੇ ਨਾਲ ਜਿਹੜੀ UCP ਗਵਰਨਮੈਂਟ ਆ ਇਸ ਨੂੰ ਜ਼ਿੰਮੇਵਾਰ ਬਣਾ ਸਕਦੇ ਹੋ, ਤਾਂ ਕਿ ਇਹ ਜਿਹੜਾ ਸਮਾਂ ਵਾ ਇਸ ਵਿੱਚ ਅਸੀਂ ਸਾਰੇ ਰਲ ਮਿਲ ਕੇ ਵਾਪਸ ਆ ਚੱਕੀਏ। ਕਿਉਂਕਿ ਟੀਕਾਕਰਨ ਜ਼ਰੂਰ ਇੱਕ ਵਧੀਆ ਤਰੀਕੇ ਨਾਲ ਚੱਲ ਰਿਹਾ, 2 ਮਿਲੀਅਨ ਅਲਬਰਟਨ ਲਗਭਗ ਜਿਹੜੇ ਉਹਨਾਂ ਨੂੰ ਪਹਿਲੀ ਡੋਜ਼ ਮਿਲ ਚੁੱਕੀ ਆ, ਪਰ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਆ। ਕੀ ਸਟੈਂਡ ਆ ਜੀ ਤੁਹਾਡੀ ਪਾਰਟੀ ਦਾ? ਦੇਖੋ ਜੀ, ਜਿਹੜਾ ਤਾਂ ਬਣਦਾ ਰੋਲ ਹੈ ਉਹ ਆਪਣਾ ਨਿਭਾ ਰਹੇ ਆ, ਪੂਰੇ ਜ਼ੋਰ ਸ਼ੋਰ ਦੇ ਨਾਲ ਨਿਭਾ ਰਹੇ ਆ। ਔਖੀਆਂ ਹਾਲਤਾਂ ਨੇ, ਸਰਕਾਰ ਕੋਆਪਰੇਟਿਵ ਹੁੰਦੀ ਚਲੋ ਥੋੜਾ ਹੋਰ ਸੌਖਾ ਹੁੰਦਾ, ਪਰ ਪ੍ਰੈਸ ਕਾਨਫਰੰਸਿਸ ਨੇ, ਅੱਜ ਤੁਹਾਡੇ ਨਾਲ ਮੀਡੀਆ ਤੇ ਬੈਠੇ ਨੇ, ਤੇ ਉਧਰ 12 ਵਜੇ ਸਾਡੇ ਲੀਡਰ ਜਿਹੜੇ ਨੇ ਉਹਨਾਂ ਦੀ ਮੀਡੀਆ ਕਾਨਫਰੰਸ ਜਿਹੜੀ ਆ ਉਹ ਚਾਲੂ ਹੋ ਚੁੱਕੀ ਆ। ਤੇ ਇਨਫੋਰਮੇਸ਼ਨ ਜਿਹੜੀ ਆ ਨਾ ਉਹ ਬਹੁਤ ਕੰਟਰੋਲ ਕੀਤੀ ਹੋਈ ਆ, ਉਹ ਵੀ ਥਰਡ ਪਾਰਟੀਜ਼ ਦੇ ਥਰੂ ਜਾ ਕੇ ਕਈ ਵਾਰੀ ਵਿੰਗੇ ਟੇਢੇ ਢੰਗ ਵਰਤ ਕੇ ਤੁਹਾਨੂੰ ਕਢਾਉਣੀ ਪੈਂਦੀ ਆ। ਅੱਜ ਵੀ ਜਿਹੜਾ ਇਹਨਾਂ ਦੀ ਗੈਰ ਸੰਜੀਦਗੀ ਵਾਲਾ ਕੰਮ ਹੈ, ਉਹਦੇ ਤੇ ਕੋਈ ਇਨਫੋਰਮੇਸ਼ਨ ਮਿਲੀ ਆ
ਵੀ ਕਿਸ ਢੰਗ ਨਾਲ ਸਾਡੇ ਕੇਸ ਨੰਬਰ ਕਿੰਨੇ ਹਾਈ ਆ, ਕਿਵੇਂ ਲੋਕ ਸਫਰ ਕਰ ਰਹੇ ਨੇ, ਇਕਨੋਮੀ ਸ਼ਟਡਾਊਨ ਹੈ, ਤੇ ਇਹ ਉਸ ਪ੍ਰਤੀ ਗੰਭੀਰ ਨਹੀਂ ਕਿ ਜਿਹੜੇ ਕੰਟੈਕਟ ਟ੍ਰੇਸਿੰਗ ਦੇ ਵਿੱਚ ਕੇਸ ਕਿਸਮ ਦੀ ਨੋਇੰਗਲੀ, ਕਿ ਤੁਸੀਂ ਕਿਹਾ ਸੀ ਨਾ ਲੈਕ ਆਫ ਪਲੈਨਿੰਗ ਹੁੰਦੀ ਆ, ਇੱਕ ਲੈਕ ਆਫ ਸੀਰੀਅਸਨੈਸ ਹੁੰਦੀ ਆ, ਲੈਕ ਆਫ ਸੀਰੀਅਸਨੈਸ ਪਹਿਲਾਂ ਆਉਂਦੀ ਹੈ, ਤੇ ਹਜੇ ਉੱਥੇ ਖੜੇ ਨੇ, ਤੇ ਬਹੁਤ ਵੱਡੇ ਚੈਲੰਜ ਨੇ। ਪਰ ਨਾਲ ਦੀ ਨਾਲ ਲੋਕ ਜਿਹੜੇ ਨੇ, ਜਦੋਂ ਤੁਸੀਂ ਕੋਈ ਗੱਲ ਕਰਦੇ ਹੋ, ਚਿੱਠੀ ਲਿਖਦੇ ਹੋ, ਨਿਊਜ਼ ਰਿਲੀਜ਼ ਭੇਜਦੇ ਹੋ, ਮੀਡੀਆ ਤੇ ਜਾਂਦੇ ਹੋ, ਸਰਕਾਰ ਨੂੰ ਸਵਾਲ ਕਰਦੇ ਹੋ, ਤੇ ਲੋਕ ਵੀ ਉਹਦੀ ਸਪੋਰਟ ਕਰਦੇ ਨੇ, ਤੇ ਉਹ ਦੀਦਾ ਵੀ ਆ। ਨੰਬਰ ਆਫ ਇਸ਼ੂਜ਼ ਨੇ ਜਿਹਦੇ ਤੇ ਸਰਕਾਰ ਨੂੰ ਪਿਛਲਖੁਰੀ ਆਪਣੇ ਮੁੜਨਾ ਪਿਆ, ਉਹਨਾਂ ਨੂੰ ਆਪਣਾ ਜਿਹੜਾ ਉਹ ਬਦਲਣਾ ਪਿਆ, ਜਿਹੜਾ ਡਿਸੀਜਨ ਹੈ, ਫੈਸਲਾ। ਤਾਂ ਅਸੀਂ ਲਗਾਤਾਰ ਉਹਦੇ ਉੱਤੇ ਸਰਕਾਰ ਦੀ ਅਕਾਊਂਟੇਬਿਲਟੀ ਇਸੇ ਤਰ੍ਹਾਂ ਬਣਾਈ ਰੱਖਾਂਗੇ। ਜੋਤ ਸਾਹਿਬ, ਬਹੁਤ ਬਹੁਤ ਧੰਨਵਾਦ ਹੈ ਜੀ, ਤੁਸੀਂ ਸਮਾਂ ਕੱਢਿਆ ਔਰ ਸਾਡੇ ਦਰਸ਼ਕਾਂ ਦੇ ਨਾਲ ਅਲਬਰਟਾ ਦੀ ਰਾਜਨੀਤੀ ਉੱਪਰ ਜੋ ਇਸ ਵੇਲੇ ਘਮਾਸਾਨ ਮਚਿਆ ਹੋਇਆ ਉਸ ਬਾਰੇ ਆਪਣੀ ਰਾਏ ਜਿਹੜੀ ਆ ਉਹ ਪੇਸ਼ ਕੀਤੀ ਆ। ਆਉਣ ਵਾਲੇ ਐਪੀਸੋਡ ਵਿੱਚ ਫਿਰ ਤੁਹਾਨੂੰ ਸੱਦਾ ਦੇਵਾਂਗੇ, ਜੋ ਨਵੇਂ ਹਾਲਾਤ ਹੋਣਗੇ ਉਸ ਉੱਪਰ ਵੀ ਚਰਚਾ ਕਰਾਂਗੇ ਜੀ। ਤਦ ਤੱਕ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ। ਧੰਨਵਾਦ ਜੀ।